ਅੱਸੂ ਦੇ ਮਹੀਨੇ ਵਿੱਚ ਛੁੱਟੀਆਂ ਏ ਫੌਜੀਆ ਵੇ ਵਗਦਾ ਪੂਰਾ ਸੀ ਜਦੋਂ ਸੌਣ ਵਿੱਚ ਮੌਜੀਆ ਵੇ ਨਿੱਕੀ ਨਿੱਕੀ ਪੈਂਦੀ ਸੀ ਕਣੀ ਨਿੱਕੀ ਨਿੱਕੀ ਪੈਂਦੀ ਸੀ ਕਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਉਦੋਂ ਕਿੰਜ ਮੇਰੀ ਜਿੰਦ ਤੇ ਬਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਕਿੰਜ ਮੇਰੀ ਜਿੰਦ ਤੇ ਬਣੀ ਵੇ ਮੈਂ ਜਾਂ ਮੇਰਾ ਰੱਬ ਜਾਣਦਾ ਜੇਠ ਹਾੜ ਦੀ ਵਗਣ ਲੱਗੀ ਲੋਵੇ ਰੰਗ ਧੁੱਪ ਚ ਜਾਵੇ ਨਾ ਕਿਤੇ ਚੋਵੇ ਤੈਨੂੰ ਮਿੰਨਤਾਂ ਦੇ ਨਾਲ ਮਨਾਵਾਂ ਵੇ ਛਤਰੀ ਲਿਆ ਦੇ ਮਿੱਤਰਾ ਧੁੱਪ ਲੱਗੇ ਜਦੋਂ ਰੋਟੀ ਲੈ ਕੇ ਆਵਾਂ ਵੇ ਛਤਰੀ ਲਿਆ ਦੇ ਸੋਹਣਿਆ ਧੁੱਪ ਲੱਗੇ ਜਦੋਂ ਰੋਟੀ ਲੈ ਕੇ ਆਵਾਂ। ਕੀ ਬਾਤ, ਬਹੁਤ ਖੂਬ। ਸਤਿ ਸ਼੍ਰੀ ਅਕਾਲ ਦੋਸਤੋ, ਆਦਾਬ। ਮੈਂ ਤੁਹਾਡਾ ਆਪਣਾ ਦੋਸਤ ਕੁਲਦੀਪ ਚਿਰਾਗ। ਤੁਸੀਂ ਜੁੜੇ ਹੋ ਤਨੂੰ ਟੀਵੀ ਚੈਨਲ ਦੇ ਨਾਲ। ਤੇ ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਨਾਲ ਤੁਹਾਡੇ ਵਾਸਤੇ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ, ਕਲਾ ਦੇ ਅੰਗ ਸੰਗ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੇਸ਼ ਕਰਦੇ ਹਾਂ ਇੱਕ ਹੁਨਰਮੰਦ ਸ਼ਖਸੀਅਤ ਨੂੰ, ਇੱਕ ਕਲਾਕਾਰ ਨੂੰ, ਕਲਾ ਵਿੱਚ ਪ੍ਰੁੰਨੇ ਸ਼ਖਸ ਨੂੰ। ਤੇ ਅੱਜ ਮੈਂ ਜਿਸ ਸ਼ਖਸ ਦੇ ਨਾਲ ਤੁਹਾਨੂੰ ਤਾਰਫ ਕਰਾਉਣਾ, ਜਿਸ ਸ਼ਖਸ ਨਾਲ ਅੱਜ ਦੀ ਇਹ ਮੁਲਾਕਾਤ ਹੋਣੀ ਹੈ, ਉਹ ਸ਼ਖਸ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਉਹਨਾਂ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸਿਆਣੇ ਕਹਿੰਦੇ ਆ ਵੀ ਦਿਮਾਗ 'ਚੋਂ ਕੀਤੀ ਹੋਈ ਗੱਲ ਦਿਮਾਗ ਤੱਕ ਪਹੁੰਚ ਕਰਦੀ ਹੈ, ਅਤੇ ਦਿਲ ਤੋਂ ਕੀਤੀ ਹੋਈ ਦਿਲ ਤੱਕ, ਅਤੇ ਰੂਹ ਤੋਂ ਕੀਤੀ ਹੋਈ ਰੂਹ ਤੱਕ। ਇਸ ਤਰ੍ਹਾਂ ਗਾਇਕੀ ਦਾ ਵੀ ਆਪਣਾ ਇੱਕ ਮੁਕਾਮ ਹੁੰਦਾ। ਜਿਹੜੇ ਲੋਕ ਦਿਮਾਗ ਨਾਲ ਲਿਖਦੇ ਅਤੇ ਗਾਉਂਦੇ ਆ, ਉਹ ਦਿਮਾਗਾਂ ਤੱਕ ਹੀ ਰਹਿੰਦੀ ਆ, ਔਰ ਜਿਨ੍ਹਾਂ ਨੇ ਰੂਹ ਤੋਂ ਗਾਇਕੀ ਗਾਈ ਆ, ਉਹਨਾਂ ਦੇ ਜਿਹੜੇ ਸਰੋਤਿਆਂ ਦੇ ਰੂਹ ਤੱਕ ਵਾਸ ਕਰਦੀ ਆ। ਅਤੇ ਇਸ ਤਰ੍ਹਾਂ ਹੀ ਸ਼ੋਰ ਸ਼ਰਾਬੇ ਤੋਂ ਪਾਸੇ ਇੱਕ ਮਿਆਰੀ ਗਾਇਕੀ ਗਾਉਣ ਵਾਲੇ ਸ਼ਖਸ, ਮੈਂ ਇਹਨਾਂ ਨੂੰ ਦੋ ਗੀਤ ਤੁਹਾਡੇ ਸਨਮੁਖ ਕਰਦਾ। ਗੀਤਾਂ ਦੇ ਮੁਖੜੇ ਸ਼ਾਇਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਕਿਸ ਕਲਾਕਾਰ ਦੀ ਗੱਲ ਕਰ ਰਿਹਾ। ਬਹੁਤ ਸਮਾਂ ਪਹਿਲਾਂ ਇੱਕ ਗੀਤ ਬੜਾ ਮਕਬੂਲ ਹੋਇਆ ਸੀਗਾ, ਕੱਢਣਾ ਰੁਮਾਲ ਦੇ ਗਏ ਹੋ ਆਪ ਬਹਿ ਗਏ ਹੋ ਵਲੈਤ ਵਿੱਚ ਜਾ ਕੇ। ਇਹ ਗੀਤ ਸੀਗਾ ਚਿੱਤ ਕਰੇ ਹੋ ਜਾ ਸਾਧਨੀ ਸੱਸ ਚੰਦਰੀ ਬੋਲੀਆਂ ਮਾਰੇ। ਇਹੋ ਜਿਹੀ ਮੁਹਾਵਰਾਬੰਦੀ 'ਚ ਗਾਉਣ ਵਾਲੇ ਮੇਰੇ ਖਿਆਲ ਦੇ ਵਿੱਚ ਜਿਹੜੇ ਮੇਰੇ ਹਮ ਉਮਰ ਨੇ ਅਤੇ ਮੈਥੋਂ ਵੱਡੀ ਉਮਰ ਦੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਉਹ ਜ਼ਰੂਰ ਜਾਣ ਗਏ ਹੋਣਗੇ ਕਿ ਮੈਂ ਕਿਸ ਸ਼ਖਸ ਦੀ ਗੱਲ ਕਰ ਰਿਹਾ। ਬਹੁਤ ਹੀ ਅਦਬ ਨਾਲ, ਬਹੁਤ ਹੀ ਸਤਿਕਾਰ ਨਾਲ ਅਸੀਂ ਉਹਨਾਂ ਦਾ ਨਾਮ ਲੈਂਦੇ ਹਾਂ, ਗੁਲਸ਼ਨ ਕੋਮਲ ਜੀ। ਮੈਡਮ ਗੁਲਸ਼ਨ ਕੋਮਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਤਨੂੰ ਟੀਵੀ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ ਜੀ। ਮੈਂ ਚਾਹੁੰਦਾ ਕਿ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਅੱਜ ਥੋੜ੍ਹਾ ਲੰਮਾ ਹੋਣਾ, ਕਿਉਂਕਿ ਅਸੀਂ ਖੁੱਲ੍ਹ ਕੇ ਗੱਲਾਂ ਕਰਨੀਆਂ ਹੈਗੀਆਂ, ਤੁਹਾਡੀ ਗਾਇਕੀ ਬਾਰੇ ਵੀ, ਤੁਹਾਡੇ ਜੀਵਨ ਬਾਰੇ ਵੀ, ਅਜੋਕੀ ਗਾਇਕੀ ਬਾਰੇ ਵੀ ਜੀ। ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਇੱਕ ਗੀਤ ਤੁਹਾਡੀ ਪਿਆਰੀ ਜਿਹੀ ਆਵਾਜ਼ ਦੇ ਵਿੱਚ ਦਰਸ਼ਕਾਂ ਦੇ ਰੂਪ ਵਿੱਚ, ਜਿਹੜਾ ਮੇਰਾ ਹਿੱਟ ਗੀਤ ਹੈ ਔਰ ਜਿਹੜਾ ਮੇਰੀ ਪਹਿਚਾਨ ਹੈ ਗੀਤ, ਔਰ ਜਿਹਦੀ ਵਾਰੀ ਡਿਮਾਂਡ ਕੀਤੀ ਜਾਂਦੀ ਆ ਬਹੁਤ ਵਾਰੀ ਜੀ, ਬਹੁਤ ਵਾਰੀ ਡਿਮਾਂਡ ਕੀਤੀ ਜਾਂਦੀ, ਤੇ ਮੈਂ ਉਹਦੀ ਇੱਕ ਸਥਾਈ ਅੰਤਰਾ ਜ਼ਰੂਰ ਸੁਣਾਉਂਗੀ। ਇਰਸ਼ਾਦ ਜੀ। ਕੱਢਣਾ ਰੁਮਾਲ ਦੇ ਗਿਓ ਵੇ ਆਪ ਬਹਿ ਗਿਓ ਵਲੈਤ ਵਿੱਚ ਜਾ ਕੇ, ਕੀ ਲੱਭਾ ਬੇਦਰਦਾ ਵੇ ਸਾਡੀ ਅਲੜਾਂ ਦੀ ਨੀਂਦ ਗਵਾ ਕੇ। ਕੱਢਣਾ ਰੁਮਾਲ ਦੇ ਗਿਓ ਵੇ ਜਾਗਦੀ ਨੂੰ ਆਉਣ ਸੁਪਨੇ, ਜਿਵੇਂ ਆ ਕੇ ਚੁਬਾਰੇ ਵਿੱਚ ਬੋਲੇ। ਬੀਤੀਆਂ ਵਲੈਤ ਦੀਆਂ ਵੇ ਤੂੰ ਕੰਨਾਂ 'ਚ ਸੁਣਾਉਂਦਾ ਫੋਲੇ। ਪਲ ਪਲ ਜਿੰਦ ਟੁੱਟਦੀ ਵੇ ਤੇਰੀ ਫੋਟੋ ਦੇ ਸਾਹਮਣੇ ਜਾ ਕੇ, ਕੀ ਲੱਭਾ ਬੇਦਰਦਾ ਵੇ ਸਾਡੀ ਅਲੜਾਂ ਦੀ ਨੀਂਦ ਗਵਾ ਕੇ। ਕੱਢਣਾ ਰੁਮਾਲ ਦੇ ਗਿਓ ਵੇ। ਕੀ ਬਾਤ ਹੈ। ਬਹੁਤ ਹੀ ਖੂਬਸੂਰਤ, ਬਹੁਤ ਹੀ ਖੂਬ, ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਸੀ ਉਹ, ਦਿਲਾਂ ਤੱਕ ਪਹੁੰਚ ਕਰਨ ਵਾਲੀ ਗਾਇਕੀ ਸੀ ਉਹ ਜੀ। ਤੇ ਮੈਂ ਜਾਣਨਾ ਚਾਹੁੰਦਾ ਇਹ ਪਿਆਰੀ ਜੀ ਗਾਇਕੀ ਦੀ ਸ਼ੁਰੂਆਤ ਕਿੱਥੋਂ ਹੋਈ? ਇਹ ਜੀ ਮੈਨੂੰ ਬਚਪਨ ਤੋਂ ਗਾਣੇ ਸੁਣਨ ਦਾ ਸ਼ੌਕ ਬਹੁਤ ਸੀ ਜੀ।
ਮੈਂ ਉਸ ਵੇਲੇ ਲਤਾ ਮੰਗੇਸ਼ਕਰ ਜੀ, ਸਰਸਵਤੀ ਮਾਂ ਅਸੀਂ ਮੰਨਦੇ ਹਾਂ ਉਹਨਾਂ ਨੂੰ, ਜੀ ਸੁਰਿੰਦਰ ਕੌਰ ਜੀ, ਪ੍ਰਕਾਸ਼ ਕੌਰ ਜੀ, ਨਰਿੰਦਰ ਬੀਬਾ ਜੀ, ਇਹਨਾਂ ਦੇ ਗਾਣੇ ਚੱਲਦੇ ਹੁੰਦੇ ਸੀ। ਉਦੋਂ ਮੈਂ ਛੋਟੀ ਜਿਹੀ ਸੀ ਜੀ। ਬਸ ਉਹ ਮੈਨੂੰ ਸ਼ੌਕ ਐ ਹੁੰਦਾ ਸੀਗਾ ਵੀ ਮੈਂ ਰੇਡੀਓ ਤੇ ਗਾਣਾ ਸੁਣਿਆ ਜੀ ਤੇ ਫਿਰ ਮੈਨੂੰ ਹੁੰਦਾ ਸੀ ਵੀ ਇਦਾਂ ਹੀ ਮੈਂ ਗਾਵਾਂ। ਕੀ ਬਾਤ। ਔਰ ਇਹ ਕੁਦਰਤੀ ਸੀਗਾ, ਸਾਡੇ ਖਾਨਦਾਨ 'ਚ ਕੋਈ ਸਿੰਗਰ ਨਹੀਂ ਸੀ ਜੀ। ਔਰ ਬਸ ਇਹ ਸ਼ੌਕ, ਮੈਂ ਗਾਣਾ ਸੁਣਨਾ ਫਿਰ ਉਹਨੂੰ ਬਾਰ-ਬਾਰ ਬੋਲਣਾ, ਜਦ ਤੱਕ ਸ਼ਾਮ ਤੱਕ ਮੈਂ ਉੱਦਾਂ ਗਾ ਨਹੀਂ ਲੈਣਾ ਉਨੀ ਦੇਰ ਮੈਨੂੰ ਚੈਨ ਨਹੀਂ ਸੀ ਆਉਂਦੀ ਹੁੰਦੀ। ਬਸ ਇਹ ਸ਼ੌਕ ਵੱਧਦਾ ਇੱਥੇ ਤੱਕ ਆ ਗਿਆ। ਉਹ ਇੱਕ ਰਿਆਜ਼ ਸੀਗਾ, ਜੀ। ਕਿਸੇ ਦਾ ਗੀਤ ਸੁਣ ਕੇ ਉਹਨੂੰ ਹੂ ਕਾਪੀ ਕਰੀ ਜਾਣਾ ਬਿਨਾਂ ਬੰਦਿਸ਼ ਤੋਂ, ਜੀ ਸ਼ੌਂਕ ਦੇ ਨਾਲ। ਹਾਂ, ਸ਼ੌਕ ਨਾਲ। ਉਹ ਸ਼ੌਂਕ ਇੱਕ ਨਾ ਇੱਕ ਦਿਨ ਇਸ ਮੁਕਾਮ ਤੇ ਲੈ ਜਾਏਗਾ, ਸ਼ਾਇਦ ਤੁਸੀਂ ਨਹੀਂ ਸੋਚਿਆ ਹੋਣਾ। ਕਦੀ ਵੀ ਸੋਚਿਆ ਨਹੀਂ, ਹੋਣਾ ਕਦੀ ਵੀ ਚਲੋ ਨਹੀਂ। ਮੈਂ ਗਾ ਰਹੀ ਹਾਂ ਜਿੱਦਾਂ ਆਪਾਂ ਬੱਚੇ ਗਾਉਂਦੇ ਆ। ਹਾਂਜੀ ਹਾਂਜੀ ਹਾਂਜੀ। ਤੇ ਜ਼ਿੰਦਗੀ 'ਚ ਪਹਿਲਾ ਗੀਤ ਕਦੋਂ ਰਿਕਾਰਡ ਹੋਇਆ? ਰਿਕਾਰਡ ਮੇਰਾ ਜਦੋਂ ਮੈਂ ਗਾਇਕੀ 'ਚ ਪੈਰ ਹੀ ਰੱਖਿਆ, ਉਦੋਂ ਮੈਂ ਆਰਕੈਸਟਰੇ ਦੇ ਪ੍ਰੋਗਰਾਮ ਕਰਦੀ ਹੁੰਦੀ ਸੀ। ਜੀ। ਹਿੰਦੀ ਗੀਤ ਗਾਉਂਦੀ ਹੁੰਦੀ ਸੀ। ਉਹੀ ਸ਼ੌਕ ਮੇਰਾ ਇੱਥੇ ਕੰਮ ਆਇਆ ਵੀ ਮੈਂ ਲਤਾ ਮੰਗੇਸ਼ਕਰ ਜੀ ਦੇ ਗੀਤ ਸੁਣਨੇ, ਉਹੀ ਮੇਰਾ ਗੀਤ ਇੱਥੇ ਕੰਮ ਆਏ। ਕੀ ਬਾਤ। ਆਰਕੈਸਟਰੇ ਵਿੱਚ ਮੈਂ ਉਹਨਾਂ ਦੇ ਉਹ ਐਸੇ ਗੀਤ ਚੁਣ ਕੇ ਗਾਉਂਦੀ ਸੀ ਵੀ ਦੰਗ ਰਹਿ ਜਾਂਦਾ ਸੀ ਨਾਲ ਦੇ ਵੀ ਕਿੱਥੋਂ ਲੈ ਕੇ ਆਉਂਦੀ ਹੈ ਗੀਤ, ਕੀ ਬਾਤ ਹੈ ਨਾ। ਇੱਦਾਂ ਹੀ ਆਰਕੈਸਟਰੇ ਦਾ ਪ੍ਰੋਗਰਾਮ ਕਰਨ ਦੌਰਾਨ ਅਸੀਂ ਦਿੱਲੀ ਗਏ ਸੀ। ਜੀ। ਮੈਂ ਉਦੋਂ ਕੰਮ ਕਰਦੀ ਸੀਗੀ ਯਸ਼ ਲੁਧਿਆਣਵੀ ਨਾਲ, ਉਹ ਸਾਡੇ ਆਰਕੈਸਟਰਾ ਪਾਰਟੀ ਦਾ ਹੈੱਡ ਸੀ। ਜੀ। ਉੱਥੇ ਅਸੀਂ ਪ੍ਰੋਗਰਾਮ ਕਰਨ ਗਏ, ਰਾਤ ਅਸੀਂ ਪ੍ਰੋਗਰਾਮ ਕੀਤਾ, ਦਿਨੇ ਸਾਨੂੰ ਐ ਹੋਇਆ ਵੀ ਦਿੱਲੀ ਆਏ ਆ, ਚਲੋ HMV ਆਪਣਾ ਸਟੂਡੀਓ ਦੇਖ ਕੇ ਚੱਲੀਏ। ਕੀ ਬਾਤ ਹੈ। ਉਹ ਬਹੁਤ ਨਾਮ ਸੀ, ਨਾਮ ਸੀ ਜੀ ਉਸ ਵੇਲੇ। ਤਾਂ ਕਹਿੰਦੇ ਹੁੰਦੇ ਸੀ HMV ਦੀਆਂ ਪੌੜੀਆਂ ਚੜ੍ਹਨੀਆਂ ਬੜੀ ਕਿਸਮਤ ਦੀ ਗੱਲ ਹੈ। ਬਿਲਕੁਲ। ਤੇ ਅਸੀਂ ਗਏ, ਜ਼ਹੀਰ ਸਾਹਿਬ ਸੀ ਉੱਥੇ, ਜ਼ਹੀਰ ਅਹਿਮਦ ਸਾਹਿਬ ਉਸ ਵੇਲੇ ਮੈਨੇਜਰ ਸੀਗੇ HMV ਦੇ। ਤੇ ਉਹਨਾਂ ਨੇ ਕਿਹਾ ਜੀ ਪੰਜਾਬ ਤੋਂ ਆਏ ਆ ਕਲਾਕਾਰ, ਚਲੋ ਬੈਠ ਕੇ ਸੁਣਦੇ ਆ ਉਹਨਾਂ ਨੂੰ। ਅਸੀਂ 2-3 ਗੀਤ ਸੁਣਾਏ ਤਾਂ ਉਹ ਇੰਨੇ ਖੁਸ਼ ਹੋਏ, ਕਹਿੰਦੇ ਜੀ ਬਹੁਤ ਵਧੀਆ, ਜੇ ਤੁਸੀਂ ਰਿਕਾਰਡਿੰਗ ਕਰਾਣੀ ਕਰਾ ਲਓ। ਕੀ ਬਾਤ ਹੈ। ਅਸੀਂ ਦੇਖੀਏ ਵੀ ਆ ਕੀ। ਫਿਰ ਸਾਡੇ 2-3 ਪੰਜਾਬੀ ਗੀਤ ਤਿਆਰ ਸੀਗੇ, ਅਸੀਂ 2 ਗੀਤ ਚੁਣੇ ਤੇ ਸਾਡੀ ਸਵੇਰ ਨੂੰ ਰਿਕਾਰਡਿੰਗ ਹੋ ਗਈ। ਔਰ ਇਸ ਵਾਕਿਆ ਤੋਂ ਮੈਂ ਇਹ ਸਮਝਦੀ ਹਾਂ ਕਿ ਮੈਂ ਇੰਨੀ ਖੁਸ਼ਕਿਸਮਤ ਸੀ ਕਿ ਬਗੈਰ ਕਿਸੇ ਤਸ਼ੱਦਦ ਤੋਂ ਮੇਰਾ ਤਾਂ ਮਸਲਾ ਹੱਲ ਹੋ ਗਿਆ। ਮੈਂ HMV ਦੀ ਆਰਟਿਸਟ ਬਣ ਗਈ। ਬਿਲਕੁਲ। HMV ਦਾ ਆਰਟਿਸਟ ਹੋਣਾ ਉਹਨਾਂ ਸਮੇਂ ਵਿੱਚ ਬਹੁਤ ਵੱਡੀ ਗੱਲ ਸੀ। ਬਹੁਤ ਵੱਡੀ ਗੱਲ ਸੀ ਜੀ, ਬਹੁਤ ਵੱਡੀ ਗੱਲ ਸੀ। ਤੇ ਇਦਾਂ ਮੇਰਾ ਇਹ ਪਹਿਲਾ ਗੀਤ ਰਿਕਾਰਡ ਹੋਇਆ। ਖੁਸ਼ੀ ਜਿਹੜੀ ਸੀਗੀ, ਤੁਸੀਂ ਦਿੱਲੀ ਤੋਂ ਪੰਜਾਬ ਆਏ ਹੋਵੋਗੇ ਤੇ ਸਭ ਤੋਂ ਪਹਿਲਾਂ ਕਿਹਦੇ ਨਾਲ ਸਾਂਝੀ ਕੀਤੀ ਹੋਊਗੀ? ਮੈਂ ਦੇਖੋ ਜੀ, ਮੇਰੇ ਹਸਬੈਂਡ ਨਾਲ ਸੀਗੇ ਜੀ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਸ਼ੁਕਰੀਆ ਇਸ ਕਰਕੇ ਕਰਦੀ ਹਾਂ ਕਿ ਮੈਨੂੰ ਇਸ ਲਾਈਨ 'ਚ ਹੀ ਉਹ ਲੈ ਕੇ ਆਏ, ਕਿਉਂਕਿ ਉਹ ਰਾਈਟਰ ਸੀ ਜੀ। ਜਿਹੜਾ ਮੇਰਾ ਕੱਢਣਾ ਰੁਮਾਲ ਦੇ ਕਿਉਂ ਗੀਤ ਹੈ, ਇਹ ਉਹਨਾਂ ਦਾ ਲਿਖਿਆ ਹੋਇਆ ਸੀ। ਕੀ ਬਾਤ ਹੈ ਜੀ। ਤੇ ਸਭ ਤੋਂ ਪਹਿਲਾਂ ਤਾਂ ਖੁਸ਼ੀ ਉਹਨਾਂ ਨਾਲ ਸਾਂਝੀ ਕੀਤੀ, ਆਪਣੇ ਪਰਿਵਾਰ ਨਾਲ ਕੀਤੀ ਜੀ। ਤੇ ਹੱਲਾਸ਼ੇਰੀ ਮਿਲੀ ਬਈ ਕੀ ਬਾਤ ਹੈ ਜੀ। ਨਾਲ ਦੇ ਕਲਾਕਾਰਾਂ ਨੇ ਵੀ ਬੜਾ ਸਰਾਹਿਆ ਜੀ ਵੀ ਬਹੁਤ ਵਧੀਆ ਹੋ ਗਿਆ ਜੀ, ਤੁਹਾਡੀ ਰਿਕਾਰਡਿੰਗ ਹੋ ਗਈ। ਜੀ। ਹਾਂ। ਤੁਸੀਂ ਦੁਆਬੇ ਵਿੱਚ ਪੈਦਾ ਹੋਏ ਜੀ। ਮਾਲਵੇ ਵਿੱਚ ਆਉਣ ਦਾ ਸਬਬ ਕਿਵੇਂ ਬਣਦਾ ਹੈ ਤੇ ਕੀ ਤੁਹਾਨੂੰ ਲੱਗਦਾ ਕਿ ਮਾਲਵਾ ਤੁਹਾਡੇ ਵਾਸਤੇ ਵਰਦਾਨ ਸਾਬਤ ਹੋਇਆ? ਦੇਖੋ ਜੀ, ਮੇਰਾ ਜਿਹੜੀ ਜਨਮ ਭੂਮੀ ਹੈ ਦੁਆਬਾ ਕਪੂਰਥਲਾ ਸ਼ਹਿਰ ਕਪੂਰਥਲਾ। ਮੈਂ ਸ਼ਹਿਰ ਦੀ ਜੰਮੀ ਪਲੀ ਹਾਂ ਜੀ। ਉਸ ਤੋਂ ਬਾਅਦ ਮੇਰੀ ਮੈਰਿਜ ਹੋਈ, ਉਹ ਵੀ ਪਿੰਡ ਨੇੜੇ ਹੀ ਸੀਗਾ, ਨਡਾਲਾ ਜੀ। ਇਹ ਇੱਥੇ ਆਉਣ ਦਾ ਸਬਬ ਇਹ ਬਣਿਆ ਕਿ ਮੇਰੇ ਹਸਬੈਂਡ ਨੂੰ ਜਦੋਂ ਪਤਾ ਲੱਗਿਆ ਵੀ ਇਹਨੂੰ ਇਦਾਂ ਕਰਕੇ ਸ਼ੌਕ ਹੈ ਤੇ ਉਹ ਲਿਖਦੇ ਸੀ, ਉਹ ਸਾਰੀ ਗੱਲ ਸਮਝਦੇ ਸੀ ਜੀ। ਉਹਨਾਂ ਨੇ ਕਿਹਾ ਵੀ ਚਲੋ ਜੇ ਸ਼ੌਕ ਹੈ ਤਾਂ ਫਿਰ ਸ਼ੌਕ ਨੂੰ ਬਰਕਰਾਰ ਰੱਖਦੇ ਹਾਂ ਜੀ। ਫਿਰ ਉਸ ਵੇਲੇ ਲੁਧਿਆਣਾ ਸ਼ਹਿਰ ਐਸਾ ਸ਼ਹਿਰ ਸੀ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਗਾਇਕੀ ਦਾ ਮੱਕਾ ਮਦੀਨਾ ਲਾ ਲਓ। ਬਿਲਕੁਲ। ਉਹ ਬਹੁਤ ਸਾਰੇ ਏਡੇ ਉਸਤਾਦ ਲੋਕ ਲੁਧਿਆਣੇ ਸ਼ਹਿਰ 'ਚ ਸੀ ਤੇ ਉਹਨਾਂ ਦੀ ਸ਼ਰਨ ਪਿਆਂ ਬਗੈਰ ਤਾਂ ਮੈਨੂੰ ਲੱਗਦਾ ਸੀ ਵੀ ਇਸ ਲਾਈਨ 'ਚ ਅੱਗੇ ਤੁਰਨਾ ਬੜਾ ਮੁਸ਼ਕਲ ਹੈ। ਤੇ ਇੱਦਾਂ ਫਿਰ ਅਸੀਂ ਲੁਧਿਆਣੇ ਆਉਣ ਦੀ ਸਲਾਹ ਬਣਾਈ। ਫਿਰ ਲੁਧਿਆਣੇ ਆਏ ਅਸੀਂ, ਤਾਂ ਇੱਥੋਂ ਹੀ ਸਟੈਪ ਬਾਏ ਸਟੈਪ ਮੈਂ ਅੱਗੇ ਗਈ ਹਾਂ ਔਰ ਵਾਕਿਆ ਹੀ ਲੁਧਿਆਣਾ ਮੇਰੇ ਲਈ ਵਰਦਾਨ ਸਾਬਤ ਹੋਇਆ ਜੀ।
ਇੱਕ ਬੜੀ ਵੱਡੀ ਸਮੱਸਿਆ ਹੁੰਦੀ ਹੈ ਜਿੰਨਾ ਟਾਈਮ ਤੁਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਜੀ ਕਿ ਔਰਤ ਨੂੰ ਉਸ ਤਰ੍ਹਾਂ ਉਸ ਟਾਈਮ ਬੜਾ ਮਤਲਬ ਇੱਕ ਚਾਰ ਦੀਵਾਰੀ ਅੰਦਰ ਰੱਖਣ ਦਾ ਸੁਭਾਅ ਸੀ ਮਰਦਾਂ ਜੀ ਅੰਦਰ। ਜੀ ਚਲੋ ਤੁਸੀਂ ਮੈਂ ਕਹਿੰਦਾ ਕਿ ਕਿਸਮਤ ਵਾਲੇ ਸੀ ਕਿ ਤੁਹਾਨੂੰ ਆਪਣੇ ਹਸਬੈਂਡ ਸਪੋਰਟ ਕਰਨ ਵਾਲੇ ਮਿਲ ਗਏ। ਜੀ ਉਸ ਦੇ ਬਾਵਜੂਦ ਵੀ ਤੁਹਾਡੇ ਰਿਸ਼ਤੇਦਾਰ ਜਾਂ ਆਲੇ ਦੁਆਲੇ ਨੇ ਤੁਹਾਨੂੰ ਕੀ ਇਸ ਤਰ੍ਹਾਂ ਦੀ ਔਰਤ ਹੋਣ ਦੇ ਨਾਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੋਵੇ? ਨਹੀਂ, ਮੈਨੂੰ ਪਰੇਸ਼ਾਨੀ ਤਾਂ ਨਹੀਂ ਕੋਈ ਪੇਸ਼ ਆਈ ਜੀ ਵੀ ਮੇਰੇ ਹਸਬੰਡ ਨਾਲ ਸੀ। ਜੀ ਕਿਉਂਕਿ ਜੇ ਹੁਣ ਜਦੋਂ ਵਿਆਹ ਹੋ ਗਿਆ ਕੁੜੀ ਦਾ ਤੇ ਉਹ ਫਿਰ ਸਹੁਰਿਆਂ ਦੇ ਹਵਾਲੇ ਹੋ ਗਈ, ਜੀ ਤੇ ਜੇ ਸਹੁਰਿਆਂ ਨੂੰ ਕੋਈ ਇਤਰਾਜ਼ ਨਹੀਂ ਤਾਂ ਫਿਰ ਪੇਕਿਆਂ ਨੂੰ ਇਤਰਾਜ਼ ਕਰਨਾ ਬਣਦਾ ਨਹੀਂ। ਬੰਦਾ ਨਹੀਂ। ਇਸ ਕਰਕੇ ਮੈਨੂੰ ਇਦਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ, ਜੀ। ਕਿਉਂਕਿ ਵੀ ਅਗਲੇ ਕਹਿੰਦੇ ਸੀ ਕਿ ਵੀ ਉਹਦਾ ਹਸਬੰਡ ਨਾਲ ਆ ਤੇ ਵੀ ਅਸੀਂ ਕਾਹਦੇ ਲਈ ਰੋਕੀਏ ਤੁਹਾਡੇ ਤੋਂ ਟੋਕੀਏ। ਬਾਅਦ ਜਿਹੜੀਆਂ ਕੁੜੀਆਂ ਇਸ ਗਾਇਕੀ ਦੇ ਸਫ਼ਰ 'ਚ ਆਈਆਂ, ਜੀ। ਕੀ ਤੁਸੀਂ ਫਿਰ ਉਹਨਾਂ ਨੂੰ ਹੱਲਾਸ਼ੇਰੀ ਵੀ ਦਿੱਤੀ ਤੇ ਉਹਨਾਂ ਨੇ ਤੁਹਾਨੂੰ ਰੋਲ ਮਾਡਲ ਵੀ ਮੰਨਿਆ ਹੋਊਗਾ ਵੀ ਜੇ ਇੱਕ ਇਹ ਲੇਡੀਜ਼ ਇਸ ਮੁਕਾਮ ਤੱਕ ਪਹੁੰਚ ਸਕਦੀ ਤਾਂ ਮੈਂ ਕਿਉਂ ਨਹੀਂ? ਹੋਇਆ ਤਾਂ ਹੋਏਗਾ ਜੀ, ਬਾਕੀ ਜੀ। ਕਿਸੇ ਬਾਰੇ ਮੈਂ ਕੁਝ ਇੰਨਾ ਕਹਿ ਨਹੀਂ ਸਕਦੀ। ਜੀ। ਹਾਂ, ਔਰ ਹੁਣ ਤੱਕ ਮੈਡਮ ਤੁਸੀਂ ਕਿਹੜੇ ਗਾਇਕਾਂ ਦੇ ਨਾਲ ਜਿਹੜਾ ਤੁਹਾਨੂੰ ਗਾਉਣ ਦਾ ਮੌਕਾ ਮਿਲਿਆ? ਮੈਂ ਜੀ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਕੁਲਦੀਪ ਮਾਣਕ ਨਾਲ ਬਹੁਤ ਦੇਰ ਗਾਇਆ ਹੈ। ਉਸ ਤੋਂ ਬਾਅਦ ਸੁਰਿੰਦਰ ਛਿੰਦਾ, ਜੀ ਕਰਨੈਲ ਗਿੱਲ ਜੀ ਤੇ ਕੁਲਦੀਪ ਪਾਰਸ, ਪਾਰਸ ਜੀ ਜਿਨ੍ਹਾਂ ਨਾਲ ਮੈਂ ਮਤਲਬ ਇਹ ਕਹਿ ਸਕਦੇ ਹਾਂ ਕਿ ਵੀ ਕੁਝ ਮੁਕਾਮ ਹਾਸਲ ਕੀਤੇ ਇਹਨਾਂ ਨਾਲ ਕੰਮ ਕਰਕੇ। ਉਦੋਂ ਬਾਅਦ ਕੋਈ ਇੰਨਾ ਕੋਈ ਉਹ ਹੈ ਨਹੀਂ ਸੀ, ਕਿਉਂਕਿ ਆਪਣਾ ਗਰੁੱਪ ਬਣਾ ਲਿਆ ਸੀਗਾ ਮੈਂ। ਜੀ ਕਿਉਂਕਿ ਗਰੁੱਪ 'ਚ ਕੰਮ ਕਰਦਿਆਂ ਕੁਝ ਤਲਖ ਤਜਰਬੇ ਹੋਏ ਸੀ। ਜੀ ਇਸ ਕਰਕੇ ਫਿਰ ਸੋਚਿਆ ਸੀਗਾ ਬਈ ਇਦਾਂ ਵੀ ਕਰਕੇ ਵੇਖੀਏ ਵੀ ਅਸੀਂ ਵੀ ਕੁਝ ਕਰ ਸਕਦੇ ਹਾਂ। ਜੀ ਤੇ ਇਹ ਕਰਨ ਦੇ ਨਾਲ ਫਿਰ ਅੱਗੋਂ ਮੈਨੂੰ ਕਿਸੇ ਗਰੁੱਪ 'ਚ ਕੰਮ ਕਰਨ ਦੀ ਲੋੜ ਨਹੀਂ ਪਈ, ਜੀ ਫਿਰ ਕਿਉਂਕਿ ਖੁਦ ਮੈਂ ਹੀ ਫਿਰ ਮੈਂ ਆਪਣਾ ਗਰੁੱਪ ਬਣਾਇਆ, ਇਕੱਲਿਆਂ ਕੰਮ ਕੀਤਾ। ਜੀ ਹੁਣ ਤੱਕ ਮੈਂ ਇਕੱਲੀ ਹੀ ਕੰਮ ਕਰਦੀ ਹਾਂ ਕੀ ਬਾਤ। ਤੇ ਇੰਨੀ ਮੇਰੇ ਮਨ ਨੂੰ ਸ਼ਾਂਤੀ ਆ ਕਿ ਹੁਣ ਜੋ ਕਰਦੀ ਆ ਉਹ ਮੇਰੇ ਹਿੱਸੇ ਆਉਂਦਾ। ਕੀ ਬਾਤ। ਪਹਿਲਾਂ ਇਹ ਹੁੰਦਾ ਸੀਗਾ ਵੀ ਕਰੀਦਾ ਅਸੀਂ ਸੀ, ਨਾਮ ਨਾ ਕੋਈ ਹੋਰ ਖੱਟ ਜਾਂਦਾ ਸੀ। ਉਸ ਗੱਲ ਤੋਂ ਛੁਟਕਾਰਾ ਮਿਲਿਆ, ਰੂਹ ਨੂੰ ਸੰਤੁਸ਼ਟੀ ਹੈ ਇਸ ਕਰਕੇ ਵੀ ਹੁਣ ਜੇ ਅਸੀਂ 2% ਕੰਮ ਕਰਦੇ ਆ ਤਾਂ 2% ਹੀ ਸਾਨੂੰ ਮਿਲਦਾ। ਕੀ ਬਾਤ। ਇਸ ਕਰਕੇ ਖੁਸ਼ ਆ ਇਸ ਵੇਲੇ। ਸਹੀ ਹੈ ਜੀ, ਬਹੁਤ ਵਧੀਆ ਗੱਲ ਹੈ ਜੀ। ਔਰ ਮੈਡਮ ਉਹ ਜਿਹੜਾ ਤੁਸੀਂ ਤਲਖ ਤਜਰਬਾ ਦੀ ਗੱਲ ਕਰਦੇ ਆ, ਕੀ ਕੋਈ ਇਸ ਤਰ੍ਹਾਂ ਦਾ ਤਜਰਬਾ ਸਾਡੇ ਨਾਲ ਸਾਂਝਾ ਕਰਨਾ ਚਾਹੋ ਸਟੇਜ ਦਾ? ਜਾਂ ਬਹੁਤ ਸਾਰਿਆਂ ਪਿਛਲੇ ਆਰਟਿਸਟਾਂ ਦੇ ਮੈਂ ਬਹੁਤ ਸਾਰਿਆਂ ਨੇ ਇੰਟਰਵਿਊ ਕੀਤੀ ਆ ਜਿਹੜੇ ਕਿ ਕਹਿੰਦੇ ਕਿ ਸਾਡਾ ਪ੍ਰੋਡਿਊਸਰ ਵੱਲੋਂ ਜਾਂ ਮਿਊਜ਼ਿਕ ਡਾਇਰੈਕਟਰ ਵੱਲੋਂ ਜਾਂ ਫਿਰ ਜਿਹੜਾ ਤੁਹਾਡਾ ਸਹਾਇਕ ਗਾਇਕ ਹੁੰਦਾ ਉਹਦੇ ਵੱਲੋਂ ਕਿਸੇ ਨਾ ਕਿਸੇ ਰੂਪ ਸ਼ੋਸ਼ਣ ਕੀਤਾ ਜਾਂਦਾ ਜੀ। ਇਸ ਤਰ੍ਹਾਂ ਦਾ ਤਜਰਬਾ ਸਾਡੇ ਨਾਲ ਜ਼ਰੂਰ ਦੱਸੋ, ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਇਹ ਬਿਲਕੁਲ ਹੀ ਸਹੀ ਗੱਲ ਹੈ ਜੀ। ਜੀ ਤੁਸੀਂ ਮੈਂ ਤੁਹਾਨੂੰ 3-4 ਗੱਲਾਂ ਦੱਸਦੀ ਹਾਂ। ਜੀ ਇੱਕ ਤਾਂ ਉਸ ਵੇਲੇ ਜਿਹੜਾ ਮੇਲ ਆਰਟਿਸਟ ਹੁੰਦਾ ਸੀਗਾ ਹੈਡ ਗਰੁੱਪ ਦਾ, ਜੀ ਕੁੜੀ ਨੂੰ ਕਦੀ ਉਹਨਾਂ ਨੇ ਆਪਣੇ ਨਾਂ ਦੇ ਨਾਲ ਨਾਂ ਨਹੀਂ ਸੀ ਰੱਖਿਆ। ਜੀ ਵੀ ਉੱਪਰ ਹੈਡ ਦਾ ਨਾਂ ਆ ਗਿਆ, ਥੱਲੇ ਐਂਡ ਪਾਰਟੀ 'ਚ ਸਾਰੇ ਆ ਜਾਂਦੇ ਸੀ, ਵਿੱਚੇ ਹੀ ਕੁੜੀ, ਵਿੱਚੇ ਹੀ ਸਜਿੰਦੇ, ਵਿੱਚੇ ਹੀ ਸਾਰਾ ਕੁਝ। ਜੀ ਠੀਕ ਹੈ। ਇੱਕ ਇਹ ਸੀ ਪੇਮੈਂਟ ਦੇ ਹਿਸਾਬ 'ਚ ਵੀ ਹੇਰਾ ਫੇਰੀ ਹੁੰਦੀ ਸੀ। ਤਾਂ ਦੂਸਰਾ ਇਹ ਰਿਕਾਰਡਿੰਗ ਕਰਨ ਵੇਲੇ ਸਾਡੀ ਕਦੀ ਕਿਸੇ ਨੇ ਸਲਾਹ ਨਹੀਂ ਸੀ ਪੁੱਛੀ ਬਈ ਆਹ ਗੀਤ ਹੈ, ਬਿਲਕੁਲ ਇਹ ਦੋ ਅਰਥ ਹੈ ਜਾਂ ਇਹ ਸਹੀ ਹੈ ਜਾਂ ਇਹ ਗਲਤ ਹੈ, ਬਈ ਇਹ ਤੁਸੀਂ ਕਰੋਗੇ, ਤੁਸੀਂ ਗਾਓਗੇ ਜਾਂ ਨਹੀਂ ਗਾਓਗੇ, ਤੁਹਾਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ, ਇਹ ਸਾਨੂੰ ਕਦੀ ਕਿਸੇ ਨੇ ਨਹੀਂ ਸੀ ਪੁੱਛਿਆ। ਜੀ ਇਹ 3-4 ਗੱਲਾਂ ਤੋਂ ਤੁਸੀਂ ਇਹ ਹਿਸਾਬ ਲਾ ਸਕਦੇ ਹੋ ਕਿ ਇਹ ਸ਼ੋਸ਼ਣ ਸੀ ਇੱਕ ਕਿਸਮ ਦਾ। ਬਿਲਕੁਲ ਸ਼ੋਸ਼ਣ। ਜਦੋਂ ਤੁਹਾਨੂੰ 2-2.5 ਘੰਟੇ ਦੀ ਸਟੇਜ ਤੇ ਬਰਾਬਰ ਦਾ ਕੰਮ ਕਰਕੇ ਤੁਹਾਨੂੰ ਬਰਾਬਰ ਦਾ ਹਿੱਸਾ ਨਾ ਮਿਲੇ, ਜੀ ਬਰਾਬਰ ਦੀ ਤੁਹਾਡੀ ਪਹਿਚਾਨ ਨਾ ਬਣੇ, ਇਹ ਮਾਨਸਿਕ ਸ਼ੋਸ਼ਣ ਸੀ। ਬਿਲਕੁਲ ਇਹ ਮਾਨਸਿਕ ਸ਼ੋਸ਼ਣ ਸੀ। ਜੀ ਤੇ ਇਹ ਸਾਰੀਆਂ ਗੱਲਾਂ ਤੋਂ ਹਿਸਾਬ ਲਾਓ ਵੀ ਇਹ ਸ਼ੋਸ਼ਣ ਹੁੰਦਾ ਸੀ, ਚਾਹੇ ਕੋਈ ਜ਼ਾਹਰ ਕਰਦਾ ਸੀ ਚਾਹੇ ਨਹੀਂ ਕਰਦਾ ਸੀ। ਜੀ ਫਿਰ ਇਸ ਚੀਜ਼ ਨੂੰ ਲੈ ਕੇ ਨਿਰਾਸ਼ਾ 'ਚ ਨਹੀਂ ਗਈ? ਹੁੰਦੀ ਸੀ ਜੀ, ਨਿਰਾਸ਼ਾ ਹੁੰਦੀ ਸੀ। ਜੀ
ਦੋ ਕਾਰਨਾਂ ਕਰਕੇ ਚੁੱਪ ਵੀ ਕਰ ਜਾਈਦਾ ਸੀ। ਇੱਕ ਤਾਂ ਉਸ ਵੇਲੇ ਕੰਮ ਦਾ ਇੰਨਾ ਹਿਸਾਬ ਸੀ ਜੀ ਜਿਹਨੂੰ ਤੁਸੀਂ ਕਹਿ ਲਓ ਮਣਾ ਮੂੰਹ ਹੀ ਕੰਮ ਸੀ। ਬਿਲਕੁਲ ਇੱਕ ਇੱਕ ਦਿਨ ਦੇ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਕਰੀਦੇ ਸੀ। ਜੀ ਤਾਂ ਫਿਰ ਇਹ ਕਹੀਦਾ ਸੀਗਾ ਬਈ ਚਲੋ ਕੰਮ ਤਾਂ ਚੱਲਦਾ। ਬਿਲਕੁਲ ਕਈ ਗੱਲਾਂ ਉਸ ਵੇਲੇ ਐਸੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਇਗਨੋਰ ਕਰਨਾ ਪੈ ਜਾਂਦਾ ਸੀ ਸਾਨੂੰ। ਜੀ ਮਜਬੂਰੀ ਸੀ ਜੀ। ਤੇ ਜਦੋਂ ਦੇਖਿਆ ਕਿ ਹੁਣ ਬਿਲਕੁਲ ਹੀ ਸਿਰੋਂ ਪਾਣੀ ਲੰਘਦਾ ਜੀ ਫਿਰ ਆਪਣਾ ਅਲੱਗ ਗਰੁੱਪ ਬਣਾਇਆ ਜੀ ਤੇ ਹੁਣ ਤੱਕ ਇਸ ਪ੍ਰਾਪਤੀ ਨੂੰ ਅਸੀਂ ਇਹ ਸਮਝਦੇ ਹਾਂ ਕਿ ਪਹਿਲਾਂ ਹੀ ਕਰ ਲੈਂਦੇ ਤਾਂ ਜ਼ਿਆਦਾ ਵਧੀਆ ਰਹਿੰਦੇ ਜੀ ਹਨਾ। ਇਹਦੇ ਵਿੱਚ ਕਿਸੇ ਖਾਸ ਰਾਈਟਰ ਜਾਂ ਕਿਸੇ ਖਾਸ ਕਲਾਕਾਰ ਦਾ ਨਾਮ ਲੈਣਾ ਚਾਹੋਗੇ? ਮੇਰੇ ਖਿਆਲ ਵਿੱਚ ਤਾਂ ਸਾਰਿਆਂ ਹੀ ਕਲਾਕਾਰਾਂ ਨਾਲ ਐਂ ਹੀ ਹੁੰਦਾ ਰਿਹਾ। ਖਾਸ ਤਾਂ ਕੋਈ ਕੀ ਕਿਸੇ ਨੂੰ ਕਹਿਣਾ ਜੀ, ਮਤਲਬ ਜਿਨ੍ਹਾਂ ਨਾਲ ਵੀ ਕੰਮ ਕੀਤਾ ਇਹ ਗੱਲਾਂ ਤਾਂ ਵਾਪਰੀਆਂ ਹੀ ਆ ਜੀ ਬਿਲਕੁਲ। ਹਰ ਕਲਾਕਾਰ ਦੀ ਤਰਾਸਦੀ ਰਹੀ ਹੈ, ਜੀ। ਖਾਸ ਕਰਕੇ ਫੀਮੇਲ ਦੀ ਮੈਂ ਸਮਝਦਾ ਜੀ ਜੀ ਕਿ ਫੀਮੇਲ ਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਜ਼ਿਆਦਾ ਕਰਨਾ ਜੀ ਹਾਂ। ਇੱਕ ਬੜਾ ਅਹਿਮ ਸਵਾਲ ਹੈ ਮੈਡਮ ਕਿ ਜਿਹੜੀ ਗਾਇਕੀ ਦੇ ਦੌਰ 'ਚ ਤੁਸੀਂ ਪੈਦਾ ਹੋਏ ਜਾਂ ਜਿਹੜੀ ਗਾਇਕੀ ਨੂੰ ਤੁਸੀਂ ਗਾਇਆ ਜੀ ਉਹ ਇੱਕ ਨਿਰੋਲ ਕਲਾ ਦੇ ਆਧਾਰ ਤੇ ਗਾਇਕੀ ਸੀ। ਜੀ ਗਲੇ ਦਾ ਦਮ ਉੱਥੇ ਕੰਮ ਕਰਦਾ ਸੀ। ਜੀ ਜਿਵੇਂ ਕਿ ਆਪਾਂ ਕਹੀਏ ਕਿ ਪੱਟਾਂ ਦੇ ਮਾਰੀਆਂ ਥਾਪੀਆਂ ਨਹੀਂ ਕੰਮ ਕਰਦੀਆਂ ਸਟੇਜ ਦੇ ਉੱਤੇ, ਥੋੜੇ ਗਲੇ ਦਾ ਦਮ ਕੰਮ ਕਰਦਾ ਜੀ ਹੈਨਾ। ਹੁਣ ਅਸੀਂ ਹੋਣ ਵਾਲੀ ਗਾਇਕੀ ਕੀ ਹੈ, ਮੈਂ ਕਹਿੰਦਾ ਬਹੁਤ ਸਾਰੀ ਸੁਖਾਲੀ ਹੋ ਗਈ ਗਾਇਕੀ। ਜੀ ਮਿਊਜ਼ਿਕ ਦਾ ਸ਼ੋਰ ਸ਼ਰਾਬਾ ਹੈਗਾ ਹੈਨਾ, ਹੋਰ ਚੀਜ਼ਾਂ ਦਾ ਬੜਾ ਮਤਲਬ ਅਸੀਂ ਸਹਾਇਕ ਚੀਜ਼ਾਂ ਲੱਭ ਲਈਆਂ, ਜਿੱਦਾਂ ਆਈ ਟਿਊਨ ਆ ਗਈ, ਇੱਕ ਟਿਊਨ ਹੀ ਦੱਬ ਲਓ ਤੇ ਗਾਈ ਚੱਲੋ, ਹਰ ਬੰਦਾ ਕਲਾਕਾਰ ਬਣ ਗਿਆ। ਕੀ ਫਰਕ ਸਮਝਦੇ ਹੋ ਹੁਣ ਦਾ ਤੇ ਉਹ ਗਾਇਕੀ ਦਾ? ਜੇ ਆਪਾਂ ਐ ਸੋਚੀਏ ਵੀ ਹੁਣ ਗਾਇਕੀ ਸੌਖੀ ਹੋ ਗਈ ਜੀ, ਕਈ ਵਾਰੀ ਐਸੇ ਵੀ ਅਸੀਂ ਮੁਕਾਮ ਦੇਖੇ ਆ ਬਈ ਉਹ ਕਹਿ ਦਿੰਦੇ ਆ ਤੁਸੀਂ ਗਾ ਦਿਓ ਜੀ ਅਸੀਂ ਆਪੇ ਬਾਅਦ ਚ ਠੀਕ ਕਰ ਲਾਂਗੇ, ਸੈੱਟ ਕਰ ਲਾਂਗੇ। ਮਿਊਜ਼ਿਕ ਡਾਇਰੈਕਟਰ ਇਹ ਉਹ ਇਹ ਨਹੀਂ ਸਮਝ ਆਉਂਦੀ ਵੀ ਬਾਅਦ ਚ ਕਿਵੇਂ ਠੀਕ ਕਰ ਲਓਗੇ, ਠੀਕ ਕਰ ਲਓ ਜੀ, ਹੈ ਨਾ। ਤਾਂ ਇਹਨੂੰ ਆਪਾਂ ਸੌਖੀ ਤਾਂ ਕਹਿ ਸਕਦੇ ਆ ਜੀ, ਲੇਕਿਨ ਜਿਹੜੀ ਉਹ ਗਾਇਕੀ ਸੀ, ਇੱਕ ਗਾਣਾ ਰਿਕਾਰਡ ਕਰਦਿਆਂ ਜੇ ਐਂਡ ਵਾਲੀ ਇੱਕ ਲਾਈਨ ਵੀ ਗਲਤ ਹੋ ਗਈ, ਫਿੱਕੀ ਰਹਿ ਗਈ ਜਾਂ ਕੁਝ ਵੀ ਹੋ ਗਿਆ ਜੀ, ਸਾਰਾ ਗਾਣਾ ਫਿਰ ਦੁਬਾਰਾ ਹੈ ਨਾ। ਉਹਦੇ ਨਾਲ ਫਾਇਦਾ ਸਾਨੂੰ ਕੀ ਹੁੰਦਾ ਸੀ, ਇੱਕ ਤਾਂ ਸਾਡਾ ਰਿਆਜ਼ ਵੱਧਦਾ ਸੀ, ਸੁਰ ਪੱਕਦਾ ਸੀ ਜੀ। ਇੱਕ ਇਹ ਸੀ ਕਿ ਇੰਨੀ ਵਾਰੀ ਗਲਤ ਕਰਕੇ ਜਦੋਂ ਸਹੀ ਹੁੰਦੇ ਸੀ ਫਿਰ ਮਨ ਨੂੰ ਸੰਤੁਸ਼ਟੀ ਬੜੀ ਹੁੰਦੀ ਸੀ ਵੀ ਅਸੀਂ ਸਹੀ ਗਾਇਆ। ਫਿਰ ਸਟੇਜ ਤੇ ਨਹੀਂ ਡੋਲਦਾ ਕਲਾਕਾਰ, ਬਿਲਕੁਲ ਨਹੀਂ। ਜਿੱਦਾਂ ਕਹਿੰਦੇ ਹੁੰਦੇ ਆ ਡਿੱਗ ਕੇ ਬੰਦਾ ਜਵਾਨ ਹੁੰਦਾ, ਆਪਣੇ ਪੈਰੀਂ ਖੜੇ ਹੋਣ ਦੀ ਤਾਕਤ ਆ ਜਾਂਦੀ ਹੈ। ਸਾਡੇ ਨਾਲ ਉਹ ਹੁੰਦਾ ਸੀ ਬਈ ਇੰਨੇ ਫਾਇਦੇ ਸਾਨੂੰ ਮਿਲਦੇ ਸੀ। ਅੱਜ ਕੱਲ ਨਹੀਂ। ਅੱਜ ਕੱਲ ਮੈਂ ਤੁਹਾਨੂੰ ਤਾਜ਼ੀ ਮਿਸਾਲ ਦੇਵਾਂ ਕਿ ਮੈਂ ਹੁਣੇ 2-3 ਰਿਕਾਰਡਿੰਗਾਂ ਕੀਤੀਆਂ ਨੇ, ਮੈਂ ਹੁਣ ਉਹ ਨਾਂ ਤਾਂ ਨਹੀਂ ਦੱਸਦੀ ਜੀ। ਮੇਰੇ ਨਾਲ ਗੱਲ ਹੋ ਗਈ ਜੀ ਵੀ ਰਿਕਾਰਡਿੰਗ ਕਰਨੀ ਹੈ, ਠੀਕ ਹੈ ਜੀ। ਸ਼ਾਮ ਨੂੰ ਮੈਸੇਜ ਆ ਗਿਆ ਜੀ ਆਹ ਗਾਣਾ ਆ ਗਿਆ ਤੁਹਾਡੇ ਕੋਲ ਜੀ, ਆਹ ਮਿਊਜ਼ਿਕ ਬਣਿਆ ਆ ਗਿਆ ਤੁਹਾਡੇ ਕੋਲ ਜੀ, ਤੁਸੀਂ ਆ ਕੇ ਡੱਬ ਕਰ ਜੋ। ਹਾਂਜੀ, ਸਾਰਾ ਕੁਝ। ਹੁਣ ਮੈਨੂੰ ਇਹ ਨਹੀਂ ਸਮਝ ਆਈ ਬਈ ਮਿਊਜ਼ਿਕ ਡਾਇਰੈਕਟਰ ਨੇ ਮੈਨੂੰ ਐਂ ਤਾਂ ਪੁੱਛਿਆ ਨਹੀਂ ਵੀ ਤੁਸੀਂ ਕਿਹੜੇ ਸੁਰ ਤੋਂ ਗਾਉਣਾ ਜੀ, ਤੇ ਉਹ ਗਾਣਾ ਬਣ ਕੇ ਆ ਗਿਆ। ਇਦਾਂ ਦੀ ਵੀ ਰਿਕਾਰਡਿੰਗ ਅੱਜ ਕੱਲ ਹੋ ਰਹੀ ਹੈ। ਹੁਣ ਤੁਸੀਂ ਹਿਸਾਬ ਲਾ ਲਓ ਵੀ ਅੱਜ ਦੀ ਦਾ ਤਾਂ ਪਹਿਲੀ ਦਾ ਕਿੰਨਾ ਕੁ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ ਨਾ। ਉਦੋਂ ਹੁਣ ਤੁਸੀਂ ਇਹ ਗਾਣੇ ਨੂੰ ਜਿਹੜਾ ਮੈਂ ਰਿਕਾਰਡ ਕਰ ਰਹੀ ਹਾਂ ਜੀ, ਬਣਿਆ ਬਣਾਇਆ ਆ ਗਿਆ, ਆਵਾਜ਼ ਭਰ ਦਿਓ ਜੀ, ਉਹਦੇ 'ਚ ਮੇਰੀ ਰੂਹਦਾਰੀ ਕਿੱਥੇ ਆਊਗੀ? ਬਿਲਕੁਲ ਜੀ, ਉਹ ਰੂਹਦਾਰੀ ਨਹੀਂ ਆਉਂਦੀ, ਕਿੱਥੋਂ ਲੱਭੋਗੇ? ਇਸ ਕਰਕੇ ਆਪਾਂ ਸਟਾਰਟਿੰਗ ਨੇ ਗੱਲ ਕੀਤੀ ਸੀ ਕਿ ਰੂਹ ਵਾਲੀ ਗਾਇਕੀ ਤਾਂ ਹੁਣ ਰਹੀ ਨਹੀਂ, ਇਸ ਕਰਕੇ ਹੁਣ ਤੱਕ ਪਹੁੰਚਦੀ ਨਹੀਂ ਜੀ, ਇਸ ਕਰਕੇ ਪੈਰ ਹੀ ਚੱਲਦੇ ਆ, ਸਿਰ ਕਿਸ ਦਾ ਨਹੀਂ ਹਿਲਦਾ। ਹਾਂ, ਉਸ ਵੇਲੇ ਸਾਡੀ ਬਹੁਤ ਰਿਕਾਰਡਿੰਗ ਚਰਨਜੀਤ ਅਹੂਜਾ ਸਾਹਿਬ ਨਾਲ ਹੋਈ ਹੈ ਔਰ ਅਸੀਂ ਉਹਨਾਂ ਨੂੰ ਉਸਤਾਦ ਮੰਨਦੇ ਹਾਂ, ਨਮਸਕਾਰ ਕਰਦੇ ਹਾਂ, ਭਾਵੇਂ ਉਮਰ 'ਚ ਮੇਰੇ ਨਾਲੋਂ ਛੋਟੇ ਹੈ ਜੀ ਜੀ, ਹੈ ਨਾ। ਮੈਂ ਇੱਕ ਵਾਰੀ ਪੈਰੀਂ ਹੱਥ ਲਾਉਣ ਲੱਗੀ, ਉਹਨਾਂ ਮੇਰੇ ਹੱਥ ਹੀ ਫੜ ਲਏ, ਨਹੀਂ ਗੁਲਸ਼ਨ ਤੂੰ ਨਹੀਂ ਪੈਰੀਂ ਹੱਥ ਲਾਉਣਾ, ਹੈ ਨਾ। ਉਹਨਾਂ ਦਾ ਜਦੋਂ ਅਸੀਂ ਰਿਕਾਰਡਿੰਗ ਕਰਦੇ ਸੀਗੇ ਨਾ, ਉਹ ਚਿਹਰਾ ਵੇਖ ਕੇ ਨਾ ਮਨ ਨੂੰ ਐ ਹੁੰਦਾ ਹਾਏ ਗਲਤ ਨਾ ਗਾ ਲਈਏ, ਹੈ ਨਾ, ਵੀ ਫਿਰ ਇੱਦਾਂ ਹੋ ਜਾਣਾ, ਐ ਹੋ ਜਾਣਾ। ਅੱਛਾ, ਫਿਰ ਜਦੋਂ ਇੰਨੀ ਇੱਕ ਮਿਹਨਤ ਦੇ ਨਾਲ ਗਾਈਦਾ ਸੀ ਨਾ, ਫਿਰ ਰੂਹ ਤੋਂ ਨਿਕਲਦੀ ਸੀ ਗੱਲ। ਇਹ ਵੀ ਡਰ ਹੁੰਦਾ ਸੀਗਾ ਵੀ ਹਾਏ ਗਲਤ ਨਾ ਹੋ ਜਾਵੇ,
ਉਹਨਾਂ ਨੇ ਕਹਿਣਾ ਗਲਤ ਗਾਇਆ ਤੂੰ। ਉਹ ਹੁੰਦੀ ਸੀ ਰੂਹਦਾਰੀ। ਜੀ 100 ਵਾਰੀ ਕੋਸ਼ਿਸ਼ ਕਰੀਦੀ ਸੀਗੀ ਵੀ ਜਿਹੜੀ ਗੱਲ ਹੋਵੇ ਗਲਤ ਨਾ ਹੋਵੇ, ਐਨ ਮੂਡ ਨਾਲ ਗਾਓ, ਰੂਹ ਤੋਂ ਗਾਓ। ਰੂਹ ਤੋਂ ਗਾਓ। ਉਹ ਹੁੰਦੀ ਸੀ ਰੂਹਦਾਰ ਵਾਲੀ। ਜੀ ਮੈਡਮ, ਤੁਸੀਂ ਸਾਹਿਤ ਨਾਲ ਜੁੜੇ ਹੋਏ ਆ, ਤੁਸੀਂ ਬਹੁਤ ਸਾਰਾ ਚੰਗਾ ਸਾਹਿਤ ਪੜ੍ਹਦੇ ਹੋ, ਜੀ। ਲੰਬੇ ਸਮੇਂ ਤੋਂ ਪੜ੍ਹਦੇ ਆ ਰਹੇ ਹੋ, ਤੁਹਾਡੀ ਉਮਰ ਦਾ ਵੀ ਇੱਕ ਤਜਰਬਾ ਇਨਸਾਨ ਨੂੰ ਹੁੰਦਾ, ਜੀ ਚੰਗਾ ਸੁਣ ਵੀ ਰਹੇ ਹੋ, ਹੈ ਨਾ, ਸੁਣਨ ਦਾ ਵੀ ਆਪਣਾ ਇੱਕ ਤਜਰਬਾ ਹੁੰਦਾ। ਜੇ ਆਪਾਂ ਵਿਸ਼ਾ ਪੱਖੋਂ ਗੱਲ ਕਰੀਏ ਤਾਂ ਜਿਹੜੀ ਅਜੋਕੀ ਗਾਇਕੀ ਹੈਗੀ ਆ, ਜੀ ਵਿਸ਼ੇ ਪੱਖੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਜਿੱਥੇ ਕਿ ਅਸਲੇ ਦੀ ਰਫਲਾਂ ਦੀ ਗੱਲ ਆ ਰਹੀ ਹੈਗੀ ਆ, ਹੈ ਨਾ, ਜੀ ਵਿਸ਼ੇ ਪੱਖੋਂ ਜੇ ਆਪਾਂ ਗੱਲ ਮਤਲਬ ਇਹ ਵਿਸ਼ੇ ਪੱਖੋਂ ਇਹਨੂੰ ਆਲੋਚਨਾ ਕਰ ਗਈ ਤਾਂ ਕਿਸ ਤਰ੍ਹਾਂ ਦੇਖਦੇ ਹੋ? ਜੇ ਤੁਸੀਂ ਸਹੀ ਪੁੱਛੋ ਮੈਨੂੰ ਤਾਂ ਮੈਨੂੰ ਇਦਾਂ ਦੇ ਗਾਣੇ ਬਹੁਤ ਜ਼ਿਆਦਾ ਪਸੰਦ ਨਹੀਂ ਆ। ਜੀ ਕੋਈ ਕੋਈ ਗਾਣਾ ਐਸਾ ਹੁੰਦਾ ਵਾ ਵੀ ਜਿਹਦੇ ਵਿੱਚ ਅਸਲੇ ਦਾ ਜ਼ਿਕਰ ਕੀਤਾ ਵੀ ਜੱਚਦਾ ਜੱਜਦਾ ਹੈ ਨਾ? ਇੱਕ ਸਲੀਕੇ ਨਾਲ ਸਲੀਕੇ ਨਾਲ ਲਿਆਂਦਾ ਹਾਂ ਨਾਲ ਲਿਆਂਦਾ ਗਿਆ, ਜੀ। ਉਹ ਗਾਣੇ ਜੱਚਦੇ ਵੀ ਆ। ਜੀ ਤੇ ਜੇ ਆਪਾਂ ਕਹੀਏ ਵੀ ਅਸੀਂ ਇਹਦੋਂ ਬਾਅਦ ਹੋਰ ਕੋਈ ਗੱਲ ਕਰਨੀ ਹੋਈ ਨਹੀਂ, ਜੀ ਫਿਰ ਉਹ ਨਹੀਂ ਗੱਲ ਬਣਦੀ, ਨਹੀਂ ਗੱਲ ਬਣੀ। ਜੀ ਹੈ ਨਾ। ਹਾਂ, ਇੱਕ ਚੀਜ਼ ਦੀ ਤੁਸੀਂ ਤਾਰੀਫ ਕਰ ਰਹੇ ਹੋ, ਜੀ ਉਸ ਹਿਸਾਬ ਨਾਲ ਕਰੋ ਵੀ ਇਹ ਚੀਜ਼ ਦਾ ਆਹ ਫਾਇਦਾ, ਇਹ ਅਸੀਂ ਇਹਦੀ ਆਹ ਤਾਰੀਫ ਕਰ ਰਹੇ ਹਾਂ, ਉਹ ਗੱਲ ਜੱਚਦੀ ਹੈ। ਜੀ। ਤੇ ਜੇ ਫਿਰ ਉਦੋਂ ਬਾਅਦ ਕੋਈ ਗੱਲ ਕਰਨੀ ਹੋਈ ਨਹੀਂ, ਫਿਰ ਉਹ ਨਹੀਂ। ਜੇ ਕੋਈ ਇਨਸਾਨ ਅਸਲਾ ਪਾ ਕੇ ਕਹਿੰਦਾ ਕਿ ਮੈਂ ਰੱਬਾਂ ਤੇ, ਫਿਰ ਗਲਤ ਹੈ। ਨਹੀਂ ਨਹੀਂ ਨਹੀਂ, ਰੱਬ ਕੋਈ ਹੋ ਹੀ ਨਹੀਂ ਹੋ ਹੀ ਨਹੀਂ ਸਕਦਾ, ਸਕਦਾ, ਬਿਲਕੁਲ। ਬੰਦਾ ਰੱਬ ਹੋ ਹੀ ਨਹੀਂ ਸਕਦਾ। ਜੀ ਬਿਲਕੁਲ। ਹਾਂ ਸ਼ੁਕਰੀਆ ਦੋਸਤੋ, ਬੜੀ ਸੋਹਣੀ ਗੱਲਬਾਤ ਚੱਲ ਰਹੀ ਹੈ, ਜੋਕੀ ਗਾਇਕੀ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਤੇ ਦੋਸਤੋ ਵੇਲਾ ਹੋ ਰਿਹਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਹਾਜ਼ਰ ਹੋਵਾਂਗੇ ਤੇ ਗੱਲਬਾਤ ਕਰਾਂਗੇ ਇਸੇ ਤਰ੍ਹਾਂ ਸਾਡੇ ਅੱਜ ਦੇ ਖਾਸ ਮਹਿਮਾਨ ਮੈਡਮ ਗੁਲਸ਼ਨ ਕੋਮਲ। ਰੜਕੇ ਨੀ ਟੁੱਟੀਆਂ ਦੀ ਚੱਲੇ ਪਾਰਟੀ, ਨੀ ਟੁੱਟੀਆਂ ਦੀ ਚੱਲੇ ਪਾਰਟੀ, ਨੀ ਪੈਂਦੇ ਭੰਗੜੇ ਕੋਠੇ ਦੇ ਉੱਤੇ ਚੜ ਕੇ, ਨੀ ਟੁੱਟੀਆਂ ਦੀ ਚੱਲੇ ਪਾਰਟੀ, ਨੀ ਪੈਂਦੇ ਭੰਗੜੇ ਕੋਠੇ ਦੇ ਉੱਤੇ ਚੜ ਕੇ। ਪੌਣਾ ਗਮ ਗੀਣ ਨਾਲੇ ਮੌਸਮ ਉਦਾਸ, ਪੌਣਾ ਗਮ ਗੀਣ ਨਾਲੇ ਮੌਸਮ ਉਦਾਸ। ਦੱਸ ਰੱਬਾ ਇੰਨਾ ਕਿਉਂ ਕਰੋਪ ਹੋ ਗਿਆ, ਦੱਸ ਰੱਬਾ ਇੰਨਾ ਕਿਉਂ ਕਰੋਪ ਹੋ ਗਿਆ। ਤਾਂ ਹਮਾਰੇ ਮਾਂ ਬੋਲੀ ਕਿੱਥੇ ਸੁਰਾਂ ਦਾ ਸਿਕੰਦਰ ਅਲੋਪ ਹੋ ਗਿਆ ਵੇ, ਤਾਂ ਹਮਾਰੇ ਮਾਂ ਬੋਲੀ ਕਿੱਥੇ ਸੁਰਾਂ ਦਾ ਸਿਕੰਦਰ ਅਲੋਪ ਹੋ ਗਿਆ ਵੇ, ਤਾਂ ਹਮਾਰੇ ਮਾਂ ਬੋਲੀ। ਬੁਲ ਬੁਲ ਬੈਠੀ ਹੰਝੂ ਫੁੱਲਾਂ ਉੱਤੇ ਘੇਰੇ, ਬੁਲ ਬੁਲ ਬੈਠੀ ਹੰਝੂ ਫੁੱਲਾਂ ਉੱਤੇ ਘੇਰੇ, ਨਾਲੇ ਕੋਲ ਬੈਠੀ ਬਾਗਾਂ 'ਚ ਉਦਾਸ ਹੋਈ ਐ, ਕੋਲ ਬੈਠੀ ਬਾਗਾਂ 'ਚ ਉਦਾਸ ਹੋਈ ਐ। ਮੋਇਆ ਬਿਰਸੇ ਦਾ ਪੁੱਤ ਦੇਵੀ ਸੁਰਾਂ ਦੀ ਜਨਾਜੇ ਕੋਲ ਬਹਿ ਕੇ ਰੋਈ ਐ, ਮੋਇਆ ਬਿਰਸੇ ਦਾ ਪੁੱਤ ਦੇਵੀ ਸੁਰਾਂ ਦੀ ਜਨਾਜੇ ਕੋਲ ਬਹਿ ਕੇ ਰੋਈ ਐ, ਮੋਇਆ ਬਿਰਸੇ ਦਾ ਪੁੱਤ। ਵੇਚੂ ਫੋੜ ਟਰੈਕਟਰ ਦੇਣੀ, ਵੇਚ ਟਰਾਲੀ ਨੀ, ਹਾਲ ਸੁਆਗਾ ਵੇਚ ਕੇ ਬੇੜਾ ਕਰ ਦੂੰ ਖਾਲੀ ਨੀ। ਮਰ ਕੇ ਚੰਮ ਲਹਾਉਂਦੇ ਬਚਤ ਹੋਈ ਨਾ ਆਨੇ ਦੀ, ਪਿੰਡ ਦੇ ਗੱਬੇ ਪਾਉਣੀ ਜੱਟ ਨੇ ਹੱਟ ਕਰਿਆਨੇ ਦੀ, ਪਿੰਡ ਦੇ ਗੱਬੇ ਪਾਉਣੀ ਜੱਟ ਨੇ ਹੱਟ ਕਰਿਆਨੇ ਦੀ। ਜੱਦੀ ਪੁਸ਼ਤੀ ਧੰਦਾ ਆਪਣਾ ਖੇਤੀ ਬਾੜੀ ਬੇ, ਸਭ ਰੋਣੇ ਧੋਣੇ ਲਾ ਦੂ ਮੂਹਰੇ ਆ ਗਈ ਹਾੜੀ ਬੇ। ਜੱਦੀ ਪੁਸ਼ਤੀ ਧੰਦਾ ਆਪਣਾ ਖੇਤੀ ਬਾੜੀ ਬੇ, ਸਭ ਰੋਣੇ ਧੋਣੇ ਲਾ ਦੂ ਮੂਹਰੇ ਆ ਗਈ ਹਾੜੀ ਬੇ। ਕਰਨ ਗੱਜਰਾ ਲੋਕੀ ਤੈਨੂੰ ਬੈਠ ਢਾਲੀਆਂ ਤੇ, ਵੇ ਆਪਾਂ ਤੋਂ ਨਹੀਂ ਹੋਣੇ ਜੱਟਾ ਕੰਮ ਪਾਣੀਆਂ ਦੇ, ਵੇ ਆਪਾਂ ਤੋਂ ਨਹੀਂ ਹੋਣੇ ਜੱਟਾ ਕੰਮ ਪਾਣੀਆਂ ਦੇ। ਤਨੂੰ ਆਡੀਓ ਕੰਪਨੀ ਦੇਣ ਜਾ ਰਹੀ ਹੈ ਮੁੰਡੇ ਕੁੜੀਆਂ ਨੂੰ ਇੱਕ ਸੁਨਹਿਰੀ ਮੌਕਾ ਅਤੇ ਲੈ ਕੇ ਆਈ ਹੈ ਇੱਕ ਵੱਖਰਾ ਅਤੇ ਦਿਲਚਸਪ ਪਲੇਟਫਾਰਮ, ਜਿਸ ਦੇ ਜ਼ਰੀਏ ਤੁਸੀਂ ਆਪਣੀ ਆਵਾਜ਼ ਸਰੋਤਿਆਂ ਤੱਕ ਪਹੁੰਚਾ ਸਕਦੇ ਹੋ ਬਿਨਾਂ ਕਿਸੇ ਖਰਚ ਦੇ। ਜੀ ਹਾਂ, ਬਿਨਾਂ ਕਿਸੇ ਖਰਚ ਦੇ। ਤੁਸੀਂ ਆਪਣੀ ਆਵਾਜ਼ ਵਿੱਚ ਗੀਤ ਗਾ ਕੇ ਨੀਚੇ ਦਿੱਤੀ ਗਈ ਈਮੇਲ ਤੇ ਆਪਣਾ ਨਾਮ ਤੇ ਮੋਬਾਈਲ ਨੰਬਰ ਲਿਖ ਕੇ ਸੈਂਡ ਕਰੋ। ਚੁਣੇ ਗਏ ਮੁੰਡੇ ਕੁੜੀਆਂ ਨੂੰ ਸਾਡੇ ਸਟੂਡੀਓ ਵਿੱਚ ਆਡੀਸ਼ਨ ਲਈ ਬੁਲਾਇਆ ਜਾਵੇਗਾ। ਉਹਨਾਂ ਵਿੱਚੋਂ 3 ਫਾਈਨਲਿਸਟ ਦਾ ਗੀਤ ਰਿਕਾਰਡ ਕਰਕੇ ਤਨੂੰ ਆਡੀਓ ਕੰਪਨੀ ਵਿੱਚ ਰਿਲੀਜ਼ ਕੀਤਾ ਜਾਵੇਗਾ। ਤਾਂ ਹੋ ਜੋ ਸ਼ੁਰੂ ਤੇ ਭੇਜੋ ਆਪਣੀ ਸੁਰੀਲੀ ਆਵਾਜ਼ ਵਿੱਚ ਰਿਕਾਰਡ ਕਰਕੇ ਆਡੀਓ ਕਲਿੱਪ। ਯਾਦ ਰੱਖਿਓ, ਏਜ ਅੰਡਰ 30। ਤੈਨੂੰ ਗੱਲ ਦੇ ਪਿਆਰੇ ਹੋ ਗਏ ਨਾਲ ਤੋਂ, ਵੇ ਤੂੰ ਵੀਕ ਵੀਕ ਵੜਦਾ ਨਹੀਂ ਕਰਵੇ। ਹਰੀ ਤੋਂ ਟਰਾਂਟੋ ਤੱਕ ਸੋਣੀਏ, ਚੱਲ ਤੇ ਟਰਾਲੇ ਸਰਦਾਰ ਦੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਤੇ ਗੱਲਬਾਤ ਕਰ ਰਹੇ ਹਾਂ ਸਾਡੇ ਖਾਸ ਮਹਿਮਾਨ ਮੈਡਮ ਗੁਲਸ਼ਨ ਕੋਮਲ ਦੇ ਨਾਲ।
ਮੈਡਮ ਇੱਕ ਬੜਾ ਅਹਿਮ ਸਵਾਲ ਹੈ ਜੀ ਕਿ ਤੁਸੀਂ ਇੱਕ ਨਰੋਲ ਕਲਾ ਨਾਲ ਜੁੜੇ ਹੋਏ ਹੋ, ਜੀ ਨਰੋਲ ਕਲਾ ਦੇ ਆਧਾਰ ਤੇ ਪ੍ਰਸਿੱਧ ਹੋਏ ਹੋ। ਜੀ ਕੋਈ ਜੁਗਾੜਬਾਜੀ, ਕੋਈ ਜੈਕ ਨਹੀਂ, ਮੈਂ ਸਮਝਦਾ ਜਿਸ ਤਰ੍ਹਾਂ। ਠੀਕ ਹੈ ਜੀ। ਔਰ ਤੁਹਾਡੇ ਵਰਗੇ ਬਹੁਤ ਸਾਰੇ ਆਰਟਿਸਟ ਆ ਜਿਹੜੇ ਤੁਹਾਡੇ ਸਮੇਂ ਵੀ ਇਸੇ ਤਰ੍ਹਾਂ ਨਰੋਲ ਕਲਾ ਦੇ ਆਧਾਰ ਤੇ, ਗਲੇ ਦੇ ਦਮ ਤੇ ਹਿੱਟ ਹੋਏ, ਪ੍ਰਸਿੱਧ ਹੋਏ, ਜੀ। ਔਰ ਲੋਕਾਂ ਨੇ ਮਨਾਂ ਮੂੰਹ ਉਹਨਾਂ ਨੂੰ ਪਿਆਰ ਵੀ ਬਖਸ਼ਿਆ। ਜੀ ਇਸ ਤਰ੍ਹਾਂ ਦੇ ਗਾਇਕਾਂ ਦੀ ਕਿਸੇ ਸੰਸਥਾ ਨੇ ਜਾਂ ਜਲੰਧਰ ਦੂਰਦਰਸ਼ਨ ਨੇ ਜਾਂ ਕੋਈ ਵਿਦੇਸ਼ੀ ਸੰਸਥਾ ਨੇ ਕੋਈ ਮਦਦ ਕੀਤੀ ਬਤੌਰ ਕਲਾਕਾਰ? ਕਿਸੇ ਨੇ ਨਹੀਂ ਕੀਤੀ। ਸਾਨੂੰ ਤਾਂ ਕਿਸੇ ਦੀ ਮਦਦ ਨਹੀਂ ਮਿਲੀ ਜੀ ਅੱਜ ਜੀ। ਤੱਕ। ਕੀ ਕਹਿਣਾ ਚਾਹੋਗੇ? ਕੁਛ ਤਾਂ ਜਿਹੜੇ ਨਾਲ ਦੇ ਸੀਗੇ ਜੀ ਉਹਨਾਂ ਨੇ ਹੀ ਕੋਈ ਕੋਸ਼ਿਸ਼ ਨਹੀਂ ਕੀਤੀ ਬਈ ਜੇ ਕੋਈ ਮਦਦ ਕਰਦਾ ਹੈ ਤਾਂ ਵੀ ਸਾਡੇ ਬਰਾਬਰ ਲੇਡੀਜ਼ ਨੂੰ ਵੀ ਮਦਦ ਮਿਲੇ। ਮਿਲੇ ਜੀ ਇਹ ਕਿਤੇ ਨਹੀਂ ਮੈਂ ਦੇਖਿਆ, ਜੀ ਕਿਉਂਕਿ ਮੇਰੇ ਕੰਮ ਕਰਦਿਆਂ ਦੌਰਾਨ ਜਲੰਧਰ ਦੂਰਦਰਸ਼ਨ ਤੇ ਮੈਂ ਹੁਣ ਨਾਂ ਤਾਂ ਚਲੋ ਨਹੀਂ ਲੈਣਾ, ਜੀ ਮੈਂ ਨਾਲ ਜਾਂਦੀ ਸੀ, ਜੀ ਤਿਆਰ ਵੀ ਹੋ ਜਾਂਦੀ ਸੀ। ਜੀ ਬਾਅਦ ਚ ਮੈਨੂੰ ਕਹਿੰਦੇ ਸੀਗੇ ਜੀ ਤੁਸੀਂ ਆਡੀਅנס 'ਚ ਬਹਿ ਜਾਓ, ਹੂੰ ਤੇ ਮੇਰਾ ਗਾਣਾ ਨਹੀਂ ਦੂਰਦਰਸ਼ਨ ਤੇ ਆ ਸਕਦਾ ਸੀ, ਸ਼ੋਰਾ ਸਿੰਘ ਹੈ ਨਾ। ਤੇ ਦੂਰਦਰਸ਼ਨ ਵਾਲਿਆਂ ਨੂੰ ਅਸੀਂ ਕਿਉਂ ਕਹੀਏ ਵੀ ਤੁਸੀਂ ਸਾਡੇ ਨਾਲ ਪਾਰਸ਼ੈਲਿਟੀ ਕੀਤੀ ਜਦ ਕਿ ਸਾਡੇ ਨਾਲ ਦੇ ਕਰਦੇ ਸੀ। ਨਾਲ ਦਿਖਾ ਜੀ। ਵੱਡੇ ਪੱਧਰ ਤੇ ਕਲਾਕਾਰਾਂ ਵੱਲੋਂ ਹੀ ਕਲਾਕਾਰ ਦਾ ਸ਼ੋਸ਼ਣ ਹੁੰਦਾ ਹੈ, ਬਿਲਕੁਲ, ਘਰ ਖਾਸ ਕਰਕੇ- ਕਰਕੇ ਲੇਡੀਜ਼ ਦਾ। ਖਾਸ ਕਰਕੇ ਲੇਡੀ ਦਾ। ਹਾਂ ਔਰ ਇਹ ਤਰਾਸਦੀ ਰਹੀ ਹੈ ਮੇਰੇ ਖਿਆਲ 'ਚ, ਤੇ ਉਹ ਹੁਣ ਵੀ ਜਾਰੀ ਹੈ ਜੇ ਆਪਾਂ ਦੇਖੀਏ। ਹਾਲਾਂਕਿ ਅਸੀਂ ਕਹਿੰਦੇ ਹਾਂ ਆਪਣੇ ਆਪ ਨੂੰ ਅਸੀਂ ਬਹੁਤ ਐਡਵਾਂਸ ਹੋ ਗਏ, ਜੀ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜਿਹੜਾ ਵਖਰੇਵਾਂ ਉਹ ਅਜੇ ਵੀ ਹੋਏਗਾ ਜੀ, ਹੋਏਗਾ, ਪਿਆ। ਕਿਉਂਕਿ ਜਦ ਤੋਂ ਮੈਂ ਅਲੱਗ ਪ੍ਰੋਗਰਾਮ ਕਰ ਰਹੀ ਹਾਂ ਜੀ ਉਦੋਂ ਬਾਅਦ ਫਿਰ ਉਸ ਮਾਹੌਲ ਨਾਲ ਕੋਈ 2-4 ਹੋਏ ਨਹੀਂ ਜੀ ਤਾਂ ਇੰਨਾ ਪਤਾ ਨਹੀਂ, ਲੇਕਿਨ ਹੁੰਦਾ ਹੋਏਗਾ ਕਿਉਂਕਿ ਇਨਸਾਨ ਦੀ ਫਿਤਰਤ ਕਦੇ ਨਹੀਂ ਬਦਲਦੀ, ਨਹੀਂ ਬਦਲੀ ਬੇਸ਼ੱਕ। ਹੈ ਨਾ। ਉਹ ਫਿਤਰਤ ਉਹੀ ਰਹਿਣੀ ਹੈ। ਜੀ ਮੇਰੀ ਥਾਂ ਕੋਈ ਹੋਰ ਨਾਲ ਕੰਮ ਕਰਦਾ ਹੋਊਗਾ, ਜੀ ਉਹਦੇ ਨਾਲ ਵੀ ਉਹ ਕੁਛ ਹੀ ਹੁੰਦਾ ਹੋਊਗਾ। ਇਹ ਵੀ ਕਦੀ ਅਸੀਂ ਉਸ ਡੂੰਘਾਈ 'ਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਜੀ ਬਿਲਕੁਲ ਲੇਕਿਨ ਹੋਊਗਾ ਜ਼ਰੂਰ, ਜੀ। ਇੰਨਾ ਸ਼ੋਰ ਹੈ। ਕੋਮਲ ਮੈਡਮ ਜੀ, ਗੱਲ ਕਰਕੇ ਮਾਨ ਸਨਮਾਨ ਦੀ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਕਿਹੜੇ ਤੁਸੀਂ ਸਨਮਾਨ ਦਾ ਜ਼ਿਕਰ ਕਰਨਾ ਚਾਹੋਗੇ? ਵੈਸੇ ਤਾਂ ਲੋਕਾਂ ਦਾ, ਮੈਂ ਕਹਿੰਦਾ ਹੁਣ ਲੋਕਾਂ ਦਾ ਸਨਮਾਨ ਸਭ ਤੋਂ ਵੱਡਾ ਹੁੰਦਾ, ਤੇ ਉਹ ਤੁਹਾਨੂੰ ਮਨਾ ਮੋਹੀ ਮਿਲਿਆ, ਅੱਜ ਵੀ ਮਿਲ ਰਿਹਾ। ਜੀ ਜੀ, ਅੱਜ ਸਭ ਵੀ- ਤੋਂ ਵੱਡਾ। ਅੱਜ ਵੀ ਮੈਂ ਉਹਨਾਂ ਲੋਕਾਂ ਨੂੰ ਜਾਣਦਾ ਜਿਹੜੇ ਸਪੈਸ਼ਲ YouTube ਖੋਲ ਕੇ ਤੁਹਾਡਾ ਹੀ ਗੀਤ ਸੁਣਨਾ ਪਸੰਦ ਕਰਦੇ। ਜੀ ਜੀ ਜਦੋਂ ਕਿਤੇ ਵਿਰਾਸਤ ਦੀ ਗੱਲ ਹੋਵੇ, ਕਲਾ ਦੀ ਗੱਲ ਹੋਵੇ, ਸੱਭਿਆਚਾਰ ਦੀ ਗੱਲ ਹੋਵੇ ਜਾਂ ਸਾਹਿਤ ਦੀ ਗੱਲ ਹੋਵੇ, ਤਾਂ ਉਹ ਅੱਜ ਵੀ ਗਿਣੇ ਚੁਣਵੇਂ ਕਲਾਕਾਰਾਂ ਨੂੰ ਖੋਲ ਕੇ YouTube ਤੇ ਸਰਚ ਕਰਕੇ ਗੀਤ ਸੁਣਦੇ ਆ। ਜੀ ਤੇ ਉਹਨਾਂ ਦੀ ਜਿਉਂਦੀ ਜਾਗਦੀ ਮਿਸਾਲ ਆ ਕਿ ਮਿਲੀਅਨ ਦੇ ਵਿੱਚ ਬਿਨਾਂ ਕਿਸੇ ਐਡ ਤੋਂ ਵਿਊ ਹੋਣਾ। ਜੀ ਤੇ ਫਿਰ ਵੀ ਮੈਂ ਜੇ ਉਦਾਂ ਅਸੀਂ ਤੁਹਾਨੂੰ ਜਿਹੜੇ ਦੁਨਿਆਵੀ ਤੌਰ ਤੇ ਸਨਮਾਨ ਮਿਲੇ ਜੀ, ਜਿਹੜੇ ਕਿ ਇੱਕ ਮਹਿਨਾ ਰੱਖਦੇ ਆ, ਕਿਹੜੇ ਸਨਮਾਨਾਂ ਦਾ ਜ਼ਿਕਰ ਕਰਨਾ ਚਾਹੋਗੇ? ਸਨਮਾਨ ਮੇਰਾ ਦੇਖੋ ਪ੍ਰੋਫੈਸਰ ਮੋਹਨ ਸਿੰਘ ਮੇਲਾ ਜੀ ਜਸੋਵਾਲ ਸਾਹਿਬ ਕਰਵਾਉਂਦੇ ਸੀ, ਬਿਲਕੁਲ। ਔਰ ਇਹ ਨਾਮੀ ਮੇਲਾ ਨਾਮੀ ਮੇਲਾ ਪੰਜਾਬ ਹੁਣ ਦਾ। ਤੱਕ ਲੱਗਦਾ ਹੈ, ਜੀ ਔਰ ਇਸ ਮੇਲੇ 'ਚ ਮੈਨੂੰ ਸਨਮਾਨ ਮਿਲ ਚੁੱਕਿਆ ਹੈ। ਜੀ, ਇਹ ਵੀ ਇੱਕ ਵੱਡਾ ਇਨਾਮ ਜੀ, ਸੀ। ਇਹਨੂੰ ਮੈਂ ਮਤਲਬ ਵੱਡਾ ਸਨਮਾਨ ਸਮਝਦੀ ਹਾਂ। ਜੀ ਦੂਸਰਾ, ਦੀਦਾਰ ਸੰਧੂ ਦੀ ਡੈਥ ਤੋਂ ਬਾਅਦ ਉਹਨਾਂ ਦਾ ਮੇਲਾ ਮਨਾਉਂਦੇ ਸੀਗੇ, ਜੀ ਫਿਰੋਜ਼ਪੁਰ ਲੱਗਾ ਸੀ, ਬਹੁਤ ਹਾਈ ਲੈਵਲ ਦਾ ਮੇਲਾ ਸੀ, ਜੀ ਉੱਥੇ ਵੀ ਮੈਨੂੰ ਸਨਮਾਨ ਮਿਲਿਆ ਸੀ। ਜੀ ਉਹ ਵੀ ਬਹੁਤ ਮੈਂ ਵਡਭਾਗੀ ਮੰਨਦੀ ਹਾਂ ਆਪਣੇ ਆਪ ਨੂੰ। ਜੀ ਤਾਂ ਛੋਟੇ ਮੋਟੇ ਤਾਂ ਕਈ ਮਿਲੇ ਆ। ਜੀ ਵਿੱਚ ਦੀ ਮੈਂ ਥੋੜਾ ਜਿਹਾ 7-8 ਸਾਲ ਵਿੱਚੋਂ ਕੰਮ ਛੱਡੀ ਰੱਖਿਆ। ਜੀ ਉਸ ਤੋਂ ਬਾਅਦ ਮੈਂ ਜਦੋਂ ਇੰਡੀਆ ਆਈ ਹਾਂ ਜੀ ਤਾਂ ਇੱਕ ਮੇਲਾ ਕੀਤਾ ਸੀਗਾ ਮੈਂ ਮਾਨਸਾ ਮੰਡੀ, ਜੀ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਜੀ ਹੋਇਆ ਸੀ ਉਹ। ਜੀ ਉਹ ਮੈਂ ਸਾਰਿਆਂ ਤੋਂ ਜ਼ਿਆਦਾ ਉਹਦੀ ਤਾਰੀਫ ਤਾਂ ਕਰਨ ਲੱਗੀ ਆ ਜੀ ਕਿ ਇੰਨੇ ਸਾਲਾਂ ਤੋਂ ਬਾਅਦ ਉਹਨਾਂ ਨੇ ਜਦੋਂ ਮੈਨੂੰ ਇਨਵੀਟੇਸ਼ਨ ਭੇਜਿਆ ਤੇ ਮੈਂ ਪਹਿਲਾਂ ਨਾ ਕਰਤੀ ਸੀ। ਨਾ ਇਸ ਕਰਕੇ ਕੀਤੀ, ਮੈਂ ਕਿਹਾ ਇੰਨੇ ਸਾਲ ਮੈਨੂੰ ਕੰਮ ਛੱਡੇ ਨੂੰ ਹੋ ਗਏ ਆ ਵੀ ਮੈਨੂੰ ਤਾਂ ਹੁਣ ਗਾਣੇ ਵੀ ਨਹੀਂ ਚੇਤੇ ਆਪਣੇ, ਜੀ ਤੇ ਵੀ ਮੈਂ ਹੁਣ ਸਟੇਜ ਤੇ ਜਾਣਾ ਮੈਨੂੰ ਵੀ ਅਜੀਬ ਜਿਹਾ ਲੱਗਦਾ। ਜੀ ਪਹਿਲਾਂ ਤਾਂ ਉਹ ਚੁੱਪ ਕਰ ਗਏ, ਜੀ ਬਾਅਦ 'ਚ ਉਹਨਾਂ ਨੇ ਫਿਰ ਮੈਸੇਜ ਭੇਜਿਆ। ਜੀ ਉਹ ਕਹਿੰਦੇ ਜੀ ਸਾਡਾ ਮੇਲਾ ਸਪੈਸ਼ਲ ਇਸ ਕਰਕੇ ਅਸੀਂ ਮਨਾਉਂਦੇ ਆ ਕਿ ਪੁਰਾਣੇ ਕਲਾਕਾਰਾਂ ਨੂੰ ਅਸੀਂ ਸਨਮਾਨ ਦਿੰਨੇ ਆ, ਔਰ ਇਸ 'ਚ ਅਸੀਂ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਆ ਕਿ ਅਸੀਂ ਉਹਨਾਂ ਦਾ ਸਨਮਾਨ ਕੀਤਾ। ਜੀ
ਮੈਂ ਫੇਰ ਨਾ ਕਰਤੀ, ਮੈਂ ਕਿਹਾ ਵੀ ਜੀ ਨਹੀਂ ਛੱਡੋ ਪਰੇ, ਇੰਨੀ ਦੇਰ ਦਾ ਛੱਡਿਆ ਛਡਾਇਆ। ਤੀਜੀ ਵਾਰੀ ਫੇਰ ਉਹਨਾਂ ਦਾ ਮੈਸੇਜ ਆਇਆ ਹਾਂਜੀ ਗਬੀ ਜੀ ਤੁਸੀਂ ਆ ਜਾਓ, ਤੁਸੀਂ ਕੁਛ ਨਾ ਕਰਿਓ, ਸਨਮਾਨ ਲੈ ਕੇ ਚਲੇ ਜਾਇਓ, ਹਾਂਜੀ ਵੀ ਸਾਨੂੰ ਇਹ ਹੋ ਜਾਊਗਾ ਵੀ ਅਸੀਂ ਉਹਨਾਂ ਦਾ ਸਨਮਾਨ ਕੀਤਾ ਹੈ। ਕੀਤਾ, ਕੀ ਬਾਤ। ਫਿਰ ਐਵੇਂ ਮੇਰੇ ਵੀ ਮਨ ਚ ਆਇਆ, ਮੈਂ ਕਿਹਾ ਚੱਲ ਇੰਨਾ ਕਹਿੰਦੇ ਆ ਵੀ ਲੋਕ, ਕੋਈ ਗੱਲ ਨਹੀਂ, ਚੱਲਦੇ ਆ। ਜੀ ਫਿਰ ਮੈਂ ਉੱਥੇ ਗਈ ਆ ਜੀ, ਓਕੇ ਗਈ ਆ ਤਾਂ ਉਹ ਮੰਚ ਵਾਲਿਆਂ ਨੇ ਔਰ ਉੱਥੇ ਦੀ ਆਡੀਅנס ਨੇ ਜੀ ਇੰਨਾ ਸਨਮਾਨ ਕੀਤਾ, ਇੰਨਾ ਮੈਨੂੰ ਪਿਆਰ ਸਤਿਕਾਰ ਦਿੱਤਾ ਕਿ ਤੁਸੀਂ ਇਹ ਦੇਖੋ ਮੈਂ ਰੋ ਪਈ ਉੱਥੇ, ਕੀ ਬਾਤ, ਭਾਵ ਇੰਨਾ ਮੈਂ ਭਾਵੁਕ ਹੋ ਗਈ। ਮੈਂ ਕਿਹਾ ਵੀ ਮੈਂ ਤਾਂ ਸਮਝਦੀ ਸੀਗੀ ਵੀ ਛੱਡੋ ਪਰੇ, ਬਿਲਕੁਲ ਵੀ ਮੈਨੂੰ ਕਿਹੜਾ ਹੁਣ ਕਿਸੇ ਨੇ ਚੇਤੇ ਕੀਤਾ ਹੋਣਾ ਜਾਂ ਕਿਵੇਂ ਹੈ, ਮੈਂ ਇਹ ਲੋਕ ਇੰਨਾ ਪਿਆਰ ਕਰਦੇ ਆ। ਕੀ ਉਹ ਜਿਹੜਾ ਸਨਮਾਨ ਹੈ ਉਹ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ। ਉਹਨਾਂ ਨੇ ਫਿਰ ਮੈਨੂੰ ਇਹ ਕਿਹਾ ਵੀ ਤੁਸੀਂ ਗਾਉਣਾ ਕਿਉਂ ਬੰਦ ਕੀਤਾ, ਵੀ ਅਸੀਂ ਤਾਂ ਤਰਸ ਗਏ ਕੀ ਬਾਤ, ਤੁਹਾਡੀਆਂ ਗੱਲਾਂ ਔਰ ਗਾਣੇ ਸੁਣਨ ਨੂੰ, ਤੁਹਾਨੂੰ ਦੇਖਣ ਨੂੰ। ਜੀ ਉਸ ਤੋਂ ਬਾਅਦ, ਉਸ ਮੇਲੇ ਤੋਂ ਬਾਅਦ ਮੈਂ ਇਹ ਡਿਸਾਈਡ ਕੀਤਾ ਸੀ ਜੀ ਵੀ ਮੈਨੂੰ ਦੁਬਾਰਾ ਗਾਉਣਾ ਚਾਹੀਦਾ, ਚਾਹੀਦਾ, ਵੀ ਲੋਕ ਮੈਨੂੰ ਅਜੇ ਭੁੱਲੇ ਨਹੀਂ, ਭੁੱਲੇ ਨਹੀਂ, ਮੁਹੱਬਤ ਕਰਨ ਵਾਲੇ, ਵੀ ਮੈਨੂੰ ਇੰਨਾ ਪਿਆਰ ਇੰਨਾ ਸਤਿਕਾਰ ਕਰਦੇ ਐ, ਤੇ ਫਿਰ ਮੈਨੂੰ ਪਿੱਛੇ ਨਹੀਂ ਹਟਣਾ ਚਾਹੀਦਾ, ਜੀ ਵੀ ਇਹ ਸਨਮਾਨ ਮੈਨੂੰ ਕਬੂਲ ਹੈ। ਕੀ ਬਾਤ, ਉਸ ਤੋਂ ਬਾਅਦ ਮੈਂ ਇੰਨੇ ਸਾਲਾਂ ਬਾਅਦ ਦੁਬਾਰਾ ਕੋਸ਼ਿਸ਼ ਕੀਤੀ ਤੇ ਮੈਂ ਦੂਜੀ ਪਾਰੀ ਆਪਣੀ ਸ਼ੁਰੂ ਕੀਤੀ ਹੈ। ਜੀ ਔਰ ਜਿਹੜੀ ਇਹ ਦੂਜੀ ਪਾਰੀ ਸ਼ੁਰੂ ਕੀਤੀ ਹੈ, ਇਹ ਪਹਿਲੀ ਤੇ ਭਾਰੂ ਹੈ, ਕੀ ਬਾਤ ਹੈ। ਇਨਕੇ ਪਹਿਲਾਂ ਨਾਲੋਂ ਹਟ ਕੇ ਕੀ ਹਟ ਕੇ ਕੀਤੀ ਹੈ, ਕੀ ਬਾਤ, ਸੋਲੋ ਗਾਇਕੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਹੈ, ਕੀ ਬਾਤ, ਔਰ ਲੋਕਾਂ ਨੇ ਇੰਨਾ ਜ਼ਿਆਦਾ ਕਬੂਲਿਆ ਜੀ ਬਈ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੈ ਨਹੀਂ ਸੀ। ਔਰ ਮੈਂ ਇੰਨੀ ਸ਼ੁਕਰਗੁਜ਼ਾਰ ਹਾਂ ਲੋਕਾਂ ਦੀ ਜਿਨ੍ਹਾਂ ਨੇ ਮੈਨੂੰ ਇੰਨਾ ਸਤਿਕਾਰ ਦਿੱਤਾ, ਸਰੋਤਿਆਂ ਦੀ, ਔਰ ਸਭ ਤੋਂ ਵੱਡਾ ਉਹ ਪਰਮਾਤਮਾ ਜਿਨੇ ਮੈਨੂੰ ਇਹ ਤੌਫੀਕ ਬਖਸ਼ੀ ਹੈ ਜੀ ਬਈ ਮੈਂ ਅਜੇ ਤੱਕ 9/9 ਕੀ ਬਾਤ, ਸੇਵਾ ਕਰ ਰਹੀ ਹਾਂ ਪੰਜਾਬੀ ਬੋਲੀ ਦੀ, ਜੀ ਤੇ ਬਹੁਤ ਬਹੁਤ ਮੈਨੂੰ ਆਪਣੇ ਆਪ ਤੇ ਫਖਰ ਮਹਿਸੂਸ ਹੈ। ਜੀ ਬਹੁਤ ਸ਼ੁਕਰੀਆ ਮੈਡਮ। ਗੱਲ ਕਰ ਗਏ ਤੁਹਾਡੇ ਸਟੇਜੀ ਸ਼ੋਆਂ ਬਾਰੇ, ਜੀ ਕਿੱਥੇ ਕਿੱਥੇ ਸਟੇਜ ਕੀਤੀ, ਪੰਜਾਬ ਤੋਂ ਬਾਹਰ ਤੇ ਇੰਡੀਆ ਤੋਂ ਬਾਹਰ ਵੀ ਕਦੇ ਮੌਕਾ ਮਿਲਿਆ, ਉਹਦੇ ਬਾਰੇ ਸਾਨੂੰ ਦੱਸੋ। ਇੰਡੀਆ ਤੋਂ ਬਾਹਰ ਕੈਨੇਡਾ, ਅਮਰੀਕਾ, ਜੀ ਇੰਗਲੈਂਡ, ਜੀ ਹਾਂਗਕਾਂਗ, ਜੀ ਬੈਲਜੀਅਮ, ਜੀ ਇਹ ਸਾਰੇ ਮੈਂ ਘੁੰਮੇ ਹੋਏ ਆ। ਜੀ ਮਤਲਬ ਅਮਰੀਕਾ, ਇੰਗਲੈਂਡ, ਕੈਨੇਡਾ ਤੇ ਤਾਂ 2-2 3-3 ਵਾਰੀ ਅਸੀਂ ਗਏ ਹੋਏ ਆ, ਜੀ ਤੇ ਬਹੁਤ ਮਾਣ ਸਤਿਕਾਰ ਮਿਲਿਆ। ਔਰ ਉੱਥੋਂ ਹੁਣ ਤੱਕ ਫੋਨ ਆਉਂਦੇ ਆ, ਜੀ ਕਾਫੀ ਸਾਰੀਆਂ ਇੰਟਰਵਿਊਜ਼ ਮੇਰੀਆਂ ਆਨਲਾਈਨ, ਕਰੋਨਾ ਕਰਕੇ ਆਨਲਾਈਨਸ ਹੋ ਹਟੀਆਂ ਨੇ, ਕੀ ਬਾਤ, ਬਿਲਕੁਲ ਤੇ ਲੋਕ ਯਾਦ ਕਰਦੇ ਆ। ਜੀ ਉਹ ਜਿਹੜੇ ਵੀ ਰੇਡੀਓ ਵਾਲੇ ਕਰਦੇ ਆ ਇੰਟਰਵਿਊ, ਕਹਿੰਦੇ ਆ ਜੀ ਤੁਹਾਡਾ ਗਾਣਾ ਦਿਹਾੜੀ 'ਚ 2-2 3-3 ਵਾਰੀ ਅਸੀਂ ਲਾਉਂਦੇ ਆ ਜੀ, ਕਿਆ ਬਾਤ। ਲੋਕ ਪਸੰਦ ਕਰਦੇ ਪਸੰਦ ਕਰਦੇ। ਜੀ। ਔਰ ਇੱਕ ਇਹ ਵੀ ਸੱਚ ਹੈ ਕਿ ਵਿਦੇਸ਼ਾਂ ਦੇ ਵਿੱਚ ਅੱਜ ਵੀ ਪੰਜਾਬੀਅਤ ਨੂੰ ਲੋਕ ਸਾਂਭੀ ਬੈਠੇ ਆ, ਵੈਸੇ ਜੀ, ਨੂੰ ਸਾਂਭੀ ਜੀ, ਬੈਠੇ ਆ, ਬਿਲਕੁਲ, ਬਿਲਕੁਲ। ਸੱਭਿਆਚਾਰ ਨੂੰ ਸਾਂਭੀ ਬੈਠੇ, ਤੇ ਅਸੀਂ ਸਿਰਫ ਦਿਖਾਵੇ ਲਈ ਤੇ ਸਟੇਜਾਂ ਤੱਕ ਸੀਮਿਤ ਰੱਖਿਆ ਸੱਭਿਆਚਾਰ। ਜੀ, ਇਹ ਜੀ। ਇੱਕ ਵੱਡਾ ਸੱਚ ਹੈ। ਬਿਲਕੁਲ ਬਿਲਕੁਲ ਜਿਹੜੇ ਬਾਹਰ ਦੇ ਲੋਕ ਆ ਉਹ ਸੱਚਮੁੱਚ ਪੰਜਾਬੀਅਤ ਨੂੰ ਪਿਆਰ ਕਰਦੇ, ਸਹੀ ਗੱਲ। ਅਸੀਂ ਸਿਰਫ ਦਿਖਾਵੇ ਲਈ। ਸਹੀ ਗੱਲ। ਜੀ ਸ਼ੁਕਰੀਆ। ਤੇ ਮੈਂ ਇੱਕ ਜਾਣਨਾ ਚਾਹੁੰਦਾ ਕਿ ਨਵੇਂ ਜਿਹੜੇ ਗਾਇਕ ਆ ਰਹੇ ਆ ਜਾਂ ਗਾਇਕਾਵਾਂ ਆ ਰਹੀਆਂ ਇਸ ਖੇਤਰ ਦੇ ਵਿੱਚ, ਜੀ ਕੀ ਸੁਝਾਅ ਦੇਣਾ ਚਾਹੋਗੇ ਉਹਨਾਂ ਨੂੰ? ਸੁਝਾਅ ਦੇਖੋ, ਅੱਜ ਕੱਲ੍ਹ ਵੈਸੇ ਸੁਝਾਅ ਦੇਣਾ ਮਹਿੰਗਾ ਪੈਂਦਾ, ਜੀ ਕਿਉਂਕਿ ਇੱਕ ਦੀ ਦੂਜਾ ਬੰਦਾ ਸਮਝ ਲਵੇ, ਸੁਣ ਲਵੇ, ਜੀ ਇਹ ਬਹੁਤ ਵੱਡੀ ਗੱਲ ਆ। ਪਹਿਲਾਂ ਤਾਂ ਸੁਣਨਾ ਪਸੰਦ ਨਹੀਂ ਕਰਦੇ, ਜੀ ਜੇ ਸੁਣ ਵੀ ਲੈਣ ਤੇ ਫਿਰ ਉਹ ਮੰਨਣਾ ਪਸੰਦ ਨਹੀਂ ਕਰਦੇ। ਕੀ ਬਾਤ ਹੈ। ਹਰ ਬੰਦਾ ਆਪਣੀ ਮਰਜ਼ੀ ਦਾ ਮਾਲਕ ਆ, ਹੈ ਨਾ। ਫਿਰ ਵੀ ਵੱਡੇ ਹੋਣ ਦੇ ਨਾਤੇ ਇੰਨਾ ਕੁ ਜ਼ਰੂਰ ਸੁਝਾਅ ਦੇਣਾ ਚਾਹੂੰਗੀ ਵੀ ਇੱਕ ਤਾਂ ਕੁਛ ਸਿੱਖ ਕੇ, ਹੂੰ ਕੁਛ ਪੱਲੇ ਲੈ ਕੇ, ਜੀ ਜੇ ਆਪਾਂ ਕਿਸੇ ਸਫ਼ਰ ਤੇ ਤੁਰਦੇ ਹਾਂ ਤਾਂ ਉਹ ਬਹੁਤ ਵਧੀਆ ਗੱਲ ਹੈ। ਜੀ ਤੇ ਜੇ ਆਪਾਂ ਬਗੈਰ ਕਿਸੇ ਤਿਆਰੀ ਤੋਂ ਤੁਰ ਪਈਏ ਬਈ ਆ ਚੱਲੇ ਆ ਜੀ ਫਲਾਨੀ ਥਾਂ, ਜੀ ਉਹ ਗੱਲ ਹੋਰ ਹੋ ਜਾਂਦੀ ਹੈ, ਜੀ ਹੈ ਨਾ। ਬਿਲਕੁਲ ਸਫ਼ਰ ਤੇ ਤੁਰੋ, ਪੂਰੀ ਤਿਆਰੀ ਨਾਲ ਤੁਰੋ, ਜੋ ਚੀਜ਼ਾਂ ਚਾਹੀਦੀਆਂ ਉਹ ਨਾਲ ਲੈ ਕੇ ਕੀ ਤੁਰੋ, ਬਾਤ ਹੈ।
ਤੁਹਾਨੂੰ ਕਿਸੇ ਵੀ ਟਾਈਮ ਕਿਸੇ ਵੀ ਚੀਜ਼ ਦੀ ਲੋੜ ਪੈ ਸਕਦੀ ਹੈ। ਬਿਲਕੁਲ ਪੱਕੇ ਪੈਰੀਂ ਤੁਰੋ ਓਕੇ ਭਾਈ ਔਰ ਲਾਜ਼ਮੀ ਆ ਤੁਸੀਂ ਮੰਜ਼ਿਲ ਤੇ ਪਹੁੰਚੋਗੇ। ਜੀ। ਆਪਣਾ ਆਈਡਲ ਕਿਸ ਨੂੰ ਮੰਨਦੇ ਹੋ? ਮੈਂ ਤਾਂ ਜੀ ਸ਼ੁਰੂ ਤੋਂ ਲਤਾ ਮੰਗੇਸ਼ਕਰ ਜੀ ਨੂੰ ਆਈਡੀਅਲ ਮੰਨਿਆ, ਜੀ ਮੈਂ ਹੁਣ ਤੱਕ ਮੰਨਦੀ ਹਾਂ। ਜੀ ਉਹ ਮਾਂ ਸਰਸਵਤੀ ਹੈ। ਕੀ ਉਹਨੂੰ ਹੀ ਫੋਲੋ ਕਰਦੇ ਹੋ? ਬਿਲਕੁਲ ਜੀ ਬਿਲਕੁਲ। ਉਹਦੇ ਬਰਾਬਰ ਜਾਂ ਉਹਦੇ ਨੇੜੇ ਤੇੜੇ ਵੀ ਮੈਂ ਅੱਜ ਤੱਕ ਕਿਸੇ ਨੂੰ ਮੰਨ ਨਹੀਂ ਸਕੀ। ਜੋ ਉਹ ਹੈ ਉਹ ਹੈ। ਜਾਂਦੇ ਜਾਂਦੇ ਇੱਕ ਉਹ ਮੇਰੀ ਹੈਬਿਟ ਲਾ ਲਓ ਕਿ ਮੇਰੇ 'ਚ ਸ਼ਰਾਰਤਬਾਜ਼ੀ ਹੈ ਜੀ। ਹਾਲੇ ਮੇਰੇ ਇੱਕ ਸ਼ਰਾਰਤ ਭਰਿਆ ਇੱਕ ਸਵਾਲ ਆ ਜੀ। ਜੇ ਤੁਸੀਂ ਹੁਣ ਦੇ ਸਮੇਂ 'ਚ ਪੈਦਾ ਹੁੰਦੇ ਤਾਂ ਕਿਸ ਤਰ੍ਹਾਂ ਦਾ ਹੋਣਾ ਸੀਗਾ? ਵੈਸਟਰਨ ਟੱਚ ਵਾਲਾ ਮਤਲਬ ਤੁਸੀਂ ਗਾਇਕੀ ਨੂੰ ਚੁਣਨਾ ਸੀ ਜਾਂ ਫਿਰ ਇਹੀ ਰੰਗ ਰੱਖਣਾ ਸੀਗਾ ਜੇ ਤੁਸੀਂ ਹੁਣ ਦੇ ਸਮੇਂ 'ਚ ਪੈਦਾ ਹੁੰਦੇ? ਇਹ ਵੈਸੇ ਤਾਂ ਜਿਸ ਸਮੇਂ 'ਚ ਪੈਦਾ ਹੋਵੋ ਉਸ ਸਮੇਂ ਦਾ ਰੰਗ ਜ਼ਰੂਰ ਚੜ੍ਹਦਾ, ਜੀ ਇਹ ਕੁਦਰਤੀ ਹੈ। ਕੁਦਰਤੀ ਹੈ ਜੀ। ਤੇ ਜੇ ਹੁਣ ਹੁੰਦੇ ਤੇ ਫਿਰ ਹੋ ਸਕਦਾ ਹੈ ਇਸ ਮਾਹੌਲ ਨਾਲ ਸਮਝੌਤਾ ਕਰਨਾ ਪੈਂਦਾ ਜਾਂ ਹੁੰਦੇ ਹੀ ਇਸ ਮਾਹੌਲ ਦੇ, ਹੁੰਦੀ ਇਸ ਮੌਕੇ ਜੀ। ਹੈ ਨਾ। ਜੀ ਇਹ ਤਾਂ ਜ਼ਰੂਰੀ ਹੈ ਕਿਉਂਕਿ ਸਮਾਂ ਰੰਗ ਜ਼ਰੂਰ ਦਿਖਾਉਂਦਾ ਦਿਖਾਉਂਦਾ ਬਿਲਕੁਲ। ਤੇ ਉਹ ਰੰਗ ਤੁਸੀਂ ਮੰਨੋ ਨਾ ਮੰਨੋ ਉਹ ਕਬੂਲ ਕਰਨਾ ਵੀ ਪੈਂਦਾ, ਕੀ ਬਾਤ ਹੈ ਜੀ, ਬਿਲਕੁਲ ਕਰਨਾ ਪੈਂਦਾ। ਹੈ ਨਾ। ਤੇ ਮੈਂ ਚਾਹੁੰਦਾ ਹੁਣ ਨਵੇਂ ਦੌਰ ਦੀ ਗੱਲ ਚੱਲੀ ਆ ਜੀ। ਤੇ ਨਵੇਂ ਰੰਗ ਦਾ ਇੱਕ ਤੁਹਾਡਾ ਗੀਤ ਆਇਆ ਸੱਜਣਾ, ਤੇ ਉਹ ਜੀ। ਜ਼ਰੂਰ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਇਹ ਗਾਣਾ ਤੁਸੀਂ ਐਂ ਸਮਝ ਲਓ ਵੀ ਮੇਰੀ ਰੂਹ ਦੀ ਖੁਰਾਕ ਬਣ ਗਿਆ। ਕੀ ਬਾਤ। ਔਰ ਇਹ ਮੈਂ ਇੰਨੇ ਸੋਹਣੇ ਢੰਗ ਨਾਲ ਔਰ ਇੰਨੇ ਪਿਆਰ ਨਾਲ ਰੂਹ ਤੋਂ ਗਾਇਆ ਗੀਤ, ਜੀ। ਔਰ ਇਹਨੂੰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ, ਰੂਹ ਨਾਲ ਹੀ ਪਸੰਦ। ਰੂਹ ਨਾਲ ਹੀ ਪਸੰਦ ਕੀਤਾ ਵਾਕਿਆ ਹੀ। ਬਿਲਕੁਲ ਜੀ। ਤੇ ਮੇਰੀ ਕੋਸ਼ਿਸ਼ ਹੈ ਕਿ ਇਹ ਹੀ ਲਾਈਨ ਅੱਗੇ ਦੀ ਅੱਗੇ ਕੀ ਬਾਤ ਹੈ ਜੀ। ਬਰਕਰਾਰ ਰੱਖੀ ਜਾਵੇ। ਜੀ ਇਰਸ਼ਾਦ। ਇਹਦਾ ਮੈਂ ਤੁਹਾਨੂੰ ਇੱਕ ਸਥਾਈ ਅੰਤਰਾ ਜ਼ਰੂਰ ਸੁਣਾਉਂਗੀ। ਜੀ ਫੋਕ ਸਟੂਡੀਓ ਲੁਧਿਆਣੇ ਦਾ ਹੀ ਹੈ, ਜੀ। ਉੱਥੇ ਦੀ ਰਿਕਾਰਡਿੰਗ ਹੋਈ ਹੈ। ਔਰ ਮੈਂ ਦੱਸਣਾ ਚਾਹੂੰਗੀ ਬਿੱਟੂ ਦੌਲਤਪੁਰੀਆ ਜੀ। USA ਤੋਂ ਜੀ। ਹੈ ਤਾਂ ਅਜ਼ੀਜ਼ ਹੀ ਹੈ ਮੇਰੇ। ਕੀ ਬਾਤ। ਉਹਨਾਂ ਦਾ ਇਹ ਲਿਖਿਆ ਹੋਇਆ ਗੀਤ ਹੈ। ਜੀ। ਤੇ ਫੋਕ ਸਟੂਡੀਓ ਵਾਲਿਆਂ ਨੇ ਸ਼ਿੰਗਾਰ ਕੇ ਜਾਣੀ ਇਹ ਗੀਤ ਲੋਕਾਂ ਦੀ ਕਚਹਿਰੀ ਬਣਾਇਆ, ਲੋਕਾਂ ਦੀ ਕਚਹਿਰੀ 'ਚ ਪੇਸ਼ ਕੀਤਾ। ਔਰ ਲੋਕਾਂ ਨੇ ਜਿਹੜਾ ਇਹਨੂੰ ਸਰਾਇਆ, ਲੋਕਾਂ ਦਾ ਵੀ ਮੈਂ ਦੇਣ ਨਹੀਂ ਦੇ ਸਕਦੀ। ਜੀ ਬਿਲਕੁਲ ਜੀ। ਇਰਸ਼ਾਦ। ਵੇ ਤੇਰੀ ਦੀਦ ਨੂੰ ਤਰਸਦੇ ਨੇ ਨੈਣ ਸਜਣਾ, ਵੇ ਤੇਰੀ ਦੀਦ ਨੂੰ ਤਰਸਦੇ ਨੇ ਨੈਣ ਸਜਣਾ, ਦੱਸ ਕਦੋਂ ਤੂੰ ਏ ਆਉਣਾ ਏ ਹੋ ਕਹਿਣ ਸਜਣਾ, ਤੇਰੀ ਦੀਦ ਨੂੰ ਤਰਸਦੇ ਨੇ ਨੈਣ ਸਜਣਾ, ਦੱਸ ਕਦੋਂ ਤੂੰ ਏ ਆਉਣਾ ਏ ਹੋ ਕਹਿਣ ਸਜਣਾ, ਤੇਰੀ ਦੀਦ ਨੂੰ ਤਰਸਦੇ ਨੇ ਨੈਣ ਸਜਣਾ। ਅੰਬਰਾਂ ਦਾ ਚੰਨ ਪਾਉਂਦਾ ਠੰਡੀ ਠੰਡੀ ਚਾਨਣੀ, ਹਵਾ ਦੇ ਬੁੱਲੇ ਡੰਗ ਜਾਂਦੇ ਬਣ ਨਾਗਣੀ, ਅੰਬਰਾਂ ਦਾ ਚੰਨ ਪਾਉਂਦਾ ਠੰਡੀ ਠੰਡੀ ਚਾਨਣੀ, ਹਵਾ ਦੇ ਬੁੱਲੇ ਡੰਗ ਜਾਂਦੇ ਬਣ ਨਾਗਣੀ, ਹੁੰਦਾ ਹੁਣ ਨਾ ਵਿਛੋੜਾ ਸਾਤੋਂ ਸੈਣ ਸਜਣਾ, ਹੁੰਦਾ ਹੁਣ ਨਾ ਵਿਛੋੜਾ ਸਾਥੋਂ ਸੈਣ ਸਜਣਾ, ਦੱਸ ਕਦੋਂ ਤੂੰ ਏ ਆਉਣਾ ਏ ਹੋ ਕਹਿਣ ਸਜਣਾ, ਤੇਰੀ ਦੀਦ ਨੂੰ ਤਰਸਦੇ ਨੇ ਨੈਣ ਸਜਣਾ। ਕੀ ਬਾਤ ਹੈ ਜੀ, ਬਹੁਤ ਹੀ ਖੂਬ। ਸਾਡੀਆਂ ਦਿਲੀ ਦੁਆਵਾਂ ਤੁਹਾਡੀ ਸਿਹਤਯਾਬੀ ਲਈ, ਤੁਹਾਡੀ ਗਾਇਕੀ ਵਾਸਤੇ। ਸਦਾ ਜ਼ਿੰਦਾਬਾਦ ਰਹੋ, ਸ਼ਾਦ ਰਹੋ, ਆਬਾਦ ਰਹੋ। ਇਸੇ ਤਰ੍ਹਾਂ ਪੰਜਾਬੀ ਬੋਲੀ ਦੀ, ਪੰਜਾਬੀ ਨਾਲ ਜੁੜੇ ਰਹੋ। ਇਸ ਦੇ ਨਾਲ ਹੀ ਸਾਡਾ ਅੱਜ ਦਾ ਟਾਈਮ ਆ ਉਹ ਪੂਰਾ ਹੁੰਦਾ ਜੀ। ਤਨੂੰ TV ਚੈਨਲ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਇਹ ਮੌਕਾ ਦਿੱਤਾ। ਔਰ ਬਹੁਤ ਬਹੁਤ ਸ਼ੁਕਰੀਆ ਤਨੂੰ TV ਚੈਨਲ ਵਾਲਿਆਂ ਦਾ, ਜਿਹੜੇ ਇੱਥੇ ਆਏ ਔਰ ਮੈਨੂੰ ਇਹ ਮੌਕਾ ਬਖਸ਼ਿਆ। ਦੋਸਤੋ, ਮੇਰੇ ਨਾਲ ਸਨ ਮੈਡਮ ਗੁਲਸ਼ਨ ਕੋਮਲ ਜੀ, ਜਿਨ੍ਹਾਂ ਨਾਲ ਅਸੀਂ ਪੰਜਾਬੀ ਗਾਇਕੀ ਦੇ ਬਾਰੇ ਭਰਪੂਰ ਗੱਲਬਾਤ ਕੀਤੀ, ਉਹਦੀਆਂ ਬਰੀਕੀਆਂ ਬਾਰੇ, ਕਲਾ ਬਾਰੇ, ਹੁਨਰ ਬਾਰੇ, ਸੁਰ ਬਾਰੇ, ਤਾਲ ਬਾਰੇ, ਅਜੋਕੀ ਗਾਇਕੀ ਬਾਰੇ, ਔਰ ਇੱਕ ਔਰਤ ਹੋਣ ਦੇ ਨਾਤੇ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਲੇਡੀਜ਼ ਨੂੰ, ਉਹਦੇ ਬਾਰੇ ਵੀ ਗੱਲਬਾਤ ਕੀਤੀ। ਔਰ ਕਿਸ ਤਰ੍ਹਾਂ ਇਸ ਲਾਈਨ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ, ਕਿਸ ਤਰ੍ਹਾਂ ਲੋਕਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਂਦਾ, ਉਹ ਵੱਡੀਆਂ
ਵੱਡੇ ਰੂਪ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਔਰ ਮੈਂ ਆਸ ਕਰਦਾ ਕਿ ਅੱਜ ਦੀ ਇਹ ਇੰਟਰਵਿਊ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਇਸ ਤਰ੍ਹਾਂ ਦੀਆਂ ਹੋਰ ਇੰਟਰਵਿਊਜ਼ ਦੇਖਣ ਲਈ, ਮੰਨਣ ਲਈ ਸਾਡੇ ਚੈਨਲ ਤਨੂੰ ਟੀਵੀ ਚੈਨਲ ਨਾਲ ਜੁੜੇ ਰਹਿਣਾ। ਆਪਣੇ ਦੋਸਤ ਕੁਲਦੀਪ ਚਰਾਗ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਆਦਾਬ।